बिल्कुल आसा दे उलट चल रहा है। आसा स्टार्टिंग विच यहोवा नूं की करदा है? खुश करदा है। आसा शुरुआत दे विच हर उस मूरत नूं अपने राज विचों कढदा जो यहोवा दे खिलाफ है, पर यह की कर रहा है? बिल्कुल उलट कर रहा है। इन्हें यहोवा दे भवन विच दूजियां दी मूर्तियां बना सुटियां ने। हालेलुया। यीशु मसीह दे समर्थी जलाली पवित्र आत्मा वाहिद नाम विच आप सब नूं जय मसीह दी। धन्नवाद करदे हां खुदावंद यीशु मसीह दा अज दे चंगे समय दे लई, अज दे चंगे दिन दे लई कि समा ये दिन खुदा ने साडी जिंदगी विच दित्ता। मैं आस करदा कि तुसीं सब ठीक होवोगे, खुदा दे विच तुसीं बरकत वाले होवोगे। आइए असीं अज खुदा दे कलाम दे विचों देखांगे, दो राजिਆਂ ਦੀ ਜ਼ਿੰਦਗੀ ਬਾਰੇ ਅਸੀਂ ਦੇਖਾਂਗੇ। ਬਾਈਬਲ ਵਿੱਚ ਦੋ ਰਾਜਿਆਂ ਦੀ ਅਸੀਂ ਜੀਵਨ ਨੂੰ ਪੜ੍ਹਾਂਗੇ ਕਿ ਕਿਵੇਂ ਉਹਨਾਂ ਆਪਣੇ ਰਾਜ ਵਿੱਚ ਪ੍ਰਭੂ ਨੂੰ ਖੁਸ਼ ਕੀਤਾ, ਕਿਵੇਂ ਉਹਨਾਂ ਪ੍ਰਭੂ ਨੂੰ ਜਾਣਿਆ ਤੇ ਕਿਵੇਂ ਉਹਨਾਂ ਪ੍ਰਭੂ ਦੇ ਨਾਲ ਆਪਣੇ ਸੰਬੰਧ ਨੂੰ ਕਾਇਮ ਕੀਤਾ। ਅਸੀਂ ਇਸ ਚੀਜ਼ ਦੇ ਵਿਸ਼ੇ ਦੇ ਵਿੱਚ ਕੁਝ ਗੱਲਾਂ ਸਿੱਖਾਂਗੇ। ਆਈਏ ਮੇਰੇ ਨਾਲ ਬਾਈਬਲ ਦੇ ਵਿੱਚ ਜਾਵਾਂਗੇ, ਦੇਖਾਂਗੇ ਅਸੀਂ ਦੂਸਰਾ ਇਤਿਹਾਸ ਉਹਦਾ 14 ਅਧਿਆਇ। ਇਸ ਜਗ੍ਹਾ ਤੇ ਰਾਜਾ ਆਸਾ ਹੈ। ਆਸਾ ਰਾਜਾ ਉਹ ਹੈ, ਅਸੀਂ ਯਹੋਸ਼ਾਫਾਤ ਦੀ ਜ਼ਿੰਦਗੀ ਬਾਰੇ ਬਹੁਤ ਸੁਣਿਆ ਹੈ। ਇਹ ਯਹੋਸ਼ਾਫਾਤ ਦਾ ਪਿਤਾ ਹੈ। ਉਹ ਯਹੋਸ਼ਾਫਾਤ ਜਿਹਦੀ ਜੰਗ ਯਹੋਵਾ ਖੁਦ ਲੜਦਾ ਆਇਆ ਹੈ, ਉਸ ਦਾ ਪਿਤਾ ਹੈ ਆਸਾ। ਅਸੀਂ ਇਹਦੇ ਜੀਵਨ ਬਾਰੇ ਦੇਖਾਂਗੇ, ਇਹਦੇ ਰਾਜ ਬਾਰੇ ਦੇਖਾਂਗੇ ਕਿ ਕਿਵੇਂ ਦਾ ਹੈ, ਕਿਵੇਂ ਖੁਦਾ ਨੂੰ ਖੁਸ਼ ਕਰਦਾ ਹੈ, ਕਿਵੇਂ ਖੁਦਾ ਦੇ ਨਾਲ ਚੱਲਦਾ ਹੈ। ਇਸ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇ ਜੀਵਨ ਬਾਰੇ ਅਸੀਂ ਦੇਖਾਂਗੇ। ਅਸੀਂ ਜਦੋਂ ਪੜ੍ਹਦੇ ਹਾਂ 14 ਅਧਿਆਏ ਦਾ ਦੂਸਰੇ ਵਚਨ ਤੋਂ ਮੈਂ ਤੁਹਾਡੇ ਸਾਹਮਣੇ ਪੜ੍ਹਨਾ ਸ਼ੁਰੂ ਕਰਦਾ। ਆਸਾ ਨੇ ਉਹੀ ਕੀਤਾ ਜੋ ਯਹੋਵਾ ਉਹਦੇ ਪਰਮੇਸ਼ਰ ਦੀ ਨਿਗਾਹ ਵਿੱਚ ਭਲਾ ਤੇ ਠੀਕ ਸੀ। ਆਸਾ ਸ਼ੁਰੂਆਤ ਦੇ ਵਿੱਚ ਅਜ਼ੀਮ ਤੇ ਅਦਭੁਤ ਕੰਮ ਜੋ ਯਹੋਵਾ ਨੂੰ ਖੁਸ਼ ਕਰਨ ਵਾਲੇ ਉਹ ਕਰਦਾ ਹੈ। ਇਹ ਉਹ ਕੰਮ ਕਰਦਾ ਹੈ ਜਿਹੜੇ ਯਹੋਵਾ ਦੀ ਦ੍ਰਿਸ਼ਟੀ ਦੇ ਵਿੱਚ ਚੰਗੇ ਨੇ। ਇਹ ਉਹ ਕੰਮ ਕਰਦਾ ਹੈ ਜਿਨ੍ਹਾਂ ਨੂੰ ਵੇਖ ਕੇ ਯਹੋਵਾ ਖੁਸ਼ ਹੁੰਦਾ ਹੈ। ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਲਿਖਿਆ ਹੈ, ਕਿਉਂ ਜੋ ਉਹਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਅਸਥਾਨਾਂ ਨੂੰ ਚੁੱਕ ਦਿੱਤਾ ਅਤੇ ਥੰਮਾਂ ਨੂੰ ਭੰਨ ਸੁੱਟਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ ਅਤੇ ਯਹੂਦਾ ਨੂੰ ਹੁਕਮ ਦਿੱਤਾ ਕਿ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਦੀ ਪਾਲਣਾ ਕਰਨ ਅਤੇ ਬਵਿਸਥਾ ਅਤੇ ਹੁਕਮਨਾਮੇ ਨੂੰ ਮੰਨਣ। ਉਹਨੇ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚੋਂ ਉੱਚੇ ਅਸਥਾਨ ਅਤੇ ਸੂਰਜ ਦੀਆਂ ਮੂਰਤੀਆਂ ਨੂੰ ਦੂਰ ਦੂਰ ਕਰ ਛੱਡਿਆ ਅਤੇ ਉਹਦੇ ਸਾਹਮਣੇ ਰਾਜ ਵਿੱਚ ਚੈਨ ਰਹੀ। ਉਹੀ ਨੇ ਯਹੂਦਾ ਦੇ ਵਿੱਚ ਗੜ੍ਹਾਂ ਵਾਲੇ ਸ਼ਹਿਰ ਬਣਵਾਏ, ਕਿਉਂ ਜੋ ਦੇਸ਼ ਵਿੱਚ ਚੈਨ ਸੀ ਅਤੇ ਉਹਨੇ ਵਰਿਆਂ ਦੇ ਵਿੱਚ ਉਹਨੂੰ ਲੜਾਈ ਨਾ ਲੜਨੀ ਪਈ, ਕਿਉਂ ਜੋ ਯਹੋਵਾ ਨੇ ਉਹਨੂੰ ਆਰਾਮ ਬਖਸ਼ਿਆ ਸੀ। ਆਸਾ ਹਰ ਉਹ ਕੰਮ ਕਰ ਰਿਹਾ ਜਿਹਦੇ ਵਿੱਚ ਯਹੋਵਾ ਖੁਸ਼ ਹੈ। ਆਸਾ ਮੂਰਤੀ ਦੀਆਂ ਪੂਜਾਵਾਂ ਤੋਂ ਆਪਣੀ ਪਰਜਾ ਨੂੰ ਮਨਾ ਕਰਦਾ ਹੈ। ਆਸਾ ਪੂਰੇ ਦੇਸ਼ ਵਿੱਚ ਹੁਕਮਨਾਮਾ ਭੇਜਦਾ ਹੈ ਕਿ ਯਹੋਵਾ ਦੀ ਵਿਵਸਥਾ ਨੂੰ ਮੰਨੋ। ਆਸਾ ਪੂਰੇ ਦੇਸ਼ ਵਿੱਚ ਇਹ ਹੁਕਮ ਕਰਦਾ ਹੈ ਕਿ ਯਹੋਵਾ ਤੋਂ ਛੁੱਟ ਕਿਸੇ ਹੋਰ ਦੀ ਆਰਾਧਨਾ ਨਾ ਕਰੋ। ਆਸਾ ਨੇ ਆਪਣੇ ਰਾਜ ਦੇ ਵਿੱਚ ਉੱਚੇ ਸਥਾਨ ਜਿੱਥੇ ਗੈਰ ਦੇਵਤਿਆਂ ਦੀ ਪੂਜਾ ਹੁੰਦੀ ਉਹ ਢਾਹ ਸੁੱਟੇ ਨੇ। ਬੜਾ ਅਦਭੁਤ ਰਾਜ ਕਰ ਰਿਹਾ ਹੈ, ਬੜੇ ਅਜ਼ੀਮ ਕੰਮ ਕਰ ਰਿਹਾ ਜੋ ਯਹੋਵਾ ਨੂੰ ਖੁਸ਼ ਕਰਦੇ ਨੇ। ਤੇ ਯਹੋਵਾ ਕੀ ਕਰ ਰਿਹਾ? ਯਹੋਵਾ ਇਹਦੇ ਦੇਸ਼ ਦੇ ਵਿੱਚ ਚੈਨ ਤੇ ਆਰਾਮ ਨੂੰ ਭੇਜਦਾ ਹੈ। ਲਿਖਿਆ ਇਹਦੇ ਰਾਜ ਦੇ ਵਿੱਚ, ਆਸਾ ਦੇ ਰਾਜ ਵਿੱਚ ਆਸਾ ਦੀ ਪਰਜਾ ਚੈਨ ਦੇ ਨਾਲ ਹੈ, ਸ਼ਾਂਤੀ ਦੇ ਵਿੱਚ। ਇਹਦੇ ਰਾਜ ਵਿੱਚ ਸ਼ਾਂਤੀ ਹੈ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਇਹਨੇ ਯਹੋਵਾ ਨੂੰ ਖੁਸ਼ ਕੀਤਾ ਹੈ। ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਲਿਖਿਆ ਹੈ 8 ਵਚਨ ਦੇ ਵਿੱਚ ਲਿਖਿਆ, ਆਸਾ ਦੇ ਕੋਲ ਯਹੂਦਾ ਦੀ 3 ਲੱਖ ਫੌਜ ਸੀ ਜਿਹੜੇ ਢਾਲ ਅਤੇ ਬਰਸ਼ੀ ਚੁੱਕਦੇ ਸਨ, ਅਤੇ ਬਿਨਯਾਮੀਨ ਦੇ 2,80,000 ਸਨ ਜੋ ਢਾਲ ਚੁੱਕਦੇ ਅਤੇ ਤੀਰ ਚਲਾਉਂਦੇ ਸਨ, ਔਰ ਇਹ ਸਾਰੇ ਸੂਰਬੀਰ ਯੋਧੇ ਸਨ। ਯਰਾ ਖੁਸ਼ੀ 10 ਲੱਖ ਦੀ ਫੌਜ ਅਤੇ 300 ਰੱਥ ਲੈ ਕੇ ਉਹਦੇ ਵਿਰੁੱਧ ਨਿਕਲਿਆ ਅਤੇ ਮਾਰੇ ਸ਼ਾਹ ਵਿੱਚ ਆਇਆ, ਅਤੇ ਆਸਾ ਉਸ ਦੇ ਟਾਕਰੇ ਲਈ ਵਧਿਆ ਅਤੇ ਉਹਨਾਂ ਨੇ ਮਾਰੇ ਸ਼ਾਹ ਵਿੱਚ ਸਫਾਤਾ ਦੀ ਵੇਦੀ ਵਿੱਚ ਲੜਾਈ ਲਈ ਪਾਲਾਂ ਬੰਨੀਆਂ। ਆਸਾ ਨੇ ਯਹੋਵਾ ਆਪਣੇ ਪਰਮੇਸ਼ਵਰ ਅੱਗੇ ਫਰਿਆਦ ਕੀਤੀ ਕਿ ਹੇ ਯਹੋਵਾ, ਜ਼ੋਰਾਵਰ ਅਤੇ ਕਮਜ਼ੋਰ ਵਿੱਚ ਸਹਾਇਤਾ ਕਰਨ ਨੂੰ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ। ਇਸ ਜਗ੍ਹਾ ਤੇ ਆਸਾ ਦੇ ਮੁਕਾਬਲੇ ਦੇ ਵਿੱਚ ਇੱਕ ਰਾਜਾ ਆ ਰਿਹਾ ਹੈ ਜੋ ਬਹੁਤ ਵੱਡੀ ਫੌਜ ਲੈ ਕੇ ਆ ਰਿਹਾ ਇਹਦੇ ਨਾਲ ਲੜਨ ਦੇ ਲਈ। ਤੇ ਆਸਾ ਸਭ ਤੋਂ ਪਹਿਲਾਂ ਕੀ ਕਰ ਰਿਹਾ ਹੈ? ਆਪਣੇ ਯਹੋਵਾ ਪਰਮੇਸ਼ਵਰ ਦੇ ਕੋਲ ਗਿਆ ਹੈ, ਆਪਣੇ ਪਰਮੇਸ਼ਵਰ ਦੇ ਸਾਹਮਣੇ ਗਿਆ ਹੈ ਤੇ ਕੀ ਦੁਆ ਕਰ ਰਿਹਾ ਹੈ ਕਿ ਹੇ ਯਹੋਵਾ, ਤੂੰ ਜੋ ਜ਼ੋਰਾਵਰ ਹੈ, ਤੂੰ ਜੋ ਕਮਜ਼ੋਰ ਨੂੰ ਬਲ ਬਖਸ਼ਦਾ ਹੈ, ਕਿਉਂਕਿ ਤੂੰ ਹੀ ਸੱਚਾ ਪਰਮੇਸ਼ਵਰ ਹੈ। ਆਸਾ ਜਾਣਦਾ ਏ ਕਿ ਲੜਾਈ ਦੇ ਮੈਦਾਨ ਵਿੱਚ, ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਮੈਂ ਯਹੋਵਾ ਕੋਲੋਂ ਤਾਕਤ ਲੈਣੀ ਹੈ, ਆਪਣੇ ਨਾਲ ਮੈਂ ਯਹੋਵਾ ਨੂੰ ਲੈਣਾ ਹੈ, ਜੰਗ ਵਿੱਚ ਮੈਂ ਯਹੋਵਾ ਨੂੰ ਅੱਗੇ ਰੱਖਣਾ ਹੈ, ਤੇ ਉਹੀ ਕਰ ਰਿਹਾ ਹੈ। ਅਸੀਂ ਇਹਦੇ 11 ਵਚਨ ਤੋਂ ਪੜਾਂਗੇ। ਆਸਾ ਨੇ ਯਹੋਵਾ ਆਪਣੇ ਪਰਮੇਸ਼ਵਰ ਅੱਗੇ ਫਰਿਆਦ ਕੀਤੀ ਕਿ ਹੇ ਯਹੋਵਾ, ਜ਼ੋਰਾਵਰ ਅਤੇ ਕਮਜ਼ੋਰ ਵਿੱਚ ਸਹਾਇਤਾ ਕਰਨ ਨੂੰ
तेरे बिना होर कोई नहीं। हे यहोवा साडे परमेश्वर, तू साडी सहायता कर, क्यों जो असी तेरे उत्ते भरोसा रखते हाँ। तेरे नाम उत्ते इस कटक ते विरुद्ध असी आए हाँ। तू ही हे यहोवा साडा परमेश्वर हाँ, मनुख तेरे टाकरे विच ना जिते। फिर यहोवा ने आसा अते यहूदा दे सामने कुशियां नूं मारिया ते कुसी भज तुरे। इस जगह ते की हो रहा है? जदों आसा दा टाकरा हो रहा है एक बड़े ਵੱਡੇ जत्थे दे नाल, ते आसा यहोवा दे सामने गया है ते यहोवा अगे बेनती कर रहा है कि यहोवा हो नहीं सकता कि तेरे सामने कोई जिते, क्योंकि तू कमज़ोर नूं बल बख्शदा है। आसा यहोवा दे सामने जाके मिन्नत करदा है, बेनती करदा है कि यहोवा तू मैनू बल दे। ते की हुंदा है? यहोवा आसा नूं जतांदा है। ਜਿਹੜੀ प्रजा, ਜਿਹੜੇ योधे ਜਿਹੜੇ ਉਹਦੇ ਨਾਲ लड़ाई करन आए ने ਉਹਦੇ ਅੱਗਿਓਂ ਭੱਜ निकलदे ने। क्यों? क्योंकि आसा दी जंग कौन लड़ रहा है? यहोवा लड़ रहा है। जदों असी जंग विच जाने आ, असी अज किसी भी लड़ाई विच जाने आ, जे असी यहोवा दे सामने जाने आ तो यहोवा नूं कहने कि असी कमज़ोर हाँ, तो बाइबल च लिखा कमज़ोर नूं बल बख्शदा है। जदों असी अपना सारा कुछ खाली करते हैं यहोवा सामने, तो यहोवा साडी जंग जितांदा है। जदों असी अगे पढ़ते हैं 15 अध्याय विच जदों असी जांदे हैं, इस जगह ते आसा दे कोल एक बंदा आ रहा है, आसा दे कोल एक खुदा दा नबी आ रहा है, आसा दे कोल खुदा दा एक दास आ रहा है, जिहदा नाम ही जो असी 15 दे पहले वचन तो पढ़ते हैं लिखा है, तां परमेश्वर दा आत्मा उदेद दे पुत्र अजरिया उत्ते उतरिया। ਉਹ ਆਸਾ ਨੂੰ ਮਿਲਣ ਲਈ ਗਿਆ ਅਤੇ ਉਹਨੂੰ ਆਖਿਆ, हे ਆਸਾ ਅਤੇ ਸਾਰੇ ਯਹੂਦਾ ਅਤੇ ਬਿਨਯਾਮੀਨ ਮੇਰੀ ਸੁਣੋ, ਯਹੋਵਾ ਤੁਹਾਡੇ ਨਾਲ ਹੈ ਜਦ ਤੱਕ ਤੁਸੀਂ ਉਸ ਦੇ ਨਾਲ ਹੋ। ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ, ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ। ਇਸ ਜਗ੍ਹਾ ਤੇ ਅਜ਼ਰਿਆ ਖੁਦਾ ਦਾ ਬੰਦਾ ਆਸਾ ਦੇ ਕੋਲ ਆਇਆ ਹੈ, ਪੂਰੀ ਪ੍ਰਜਾ ਦੇ ਕੋਲ। ਕੀ ਕਹਿ ਰਿਹਾ ਹੈ? ਇੱਕ ਵਾਅਦਾ ਗਿਣਾ ਰਿਹਾ ਹੈ, ਕਹਿੰਦਾ ਯਹੋਵਾ ਪਰਮੇਸ਼ਵਰ ਤਦ ਤੱਕ ਤੁਹਾਡੇ ਨਾਲ ਹੈ ਜਿੰਨਾ ਤੱਕ ਤੁਸੀਂ ਉਹਦੇ ਨਾਲ ਰਹੋਗੇ। ਜਿੰਨਾ ਚਿਰ ਤੁਸੀਂ ਉਹਦੀ ਖੋਜ ਕਰੋਗੇ ਤੇ ਯਹੋਵਾ ਤੁਹਾਡੇ ਨਾਲ ਚੱਲੇਗਾ, ਪਰ ਜਿੱਦਣ ਤੁਸੀਂ ਉਹਨੂੰ ਛੱਡ ਦੋਗੇ ਤੇ ਯਹੋਵਾ ਤੁਹਾਨੂੰ ਛੱਡ ਦੇਗਾ। ਇੱਕ ਯਹੋਵਾ ਦੇ ਵੱਲੋਂ ਆਗਿਆ ਤੇ ਯਹੋਵਾ ਦੇ ਵੱਲੋਂ ਹੁਕਮ ਲੈ ਕੇ ਆਇਆ ਹੈ ਆਸਾ ਦੇ ਕੋਲ। ਕੀ ਹੋਇਆ ਹੈ? ਆਸਾ ਨੇ ਉਵੇਂ ਹੀ ਕੀਤਾ। ਆਸਾ ਨੇ ਪੂਰੀ ਪ੍ਰਜਾ ਦੇ ਵਿੱਚ ਇਹ ਹੁਕਮ ਕੱਢਦਾ ਕਿ ਅਸੀਂ ਯਹੋਵਾ ਤੋਂ ਛੁੱਟ ਕਿਸੇ ਹੋਰ ਦੀ ਆਰਾਧਨਾ ਨਹੀਂ ਕਰਨੀ, ਯਹੋਵਾ ਹੀ ਸਾਡਾ ਪਰਮੇਸ਼ਵਰ ਹੈ। ਤੁਹਾਨੂੰ ਪਤਾ ਆਸਾ ਐਡਾ ਅਜ਼ੀਮ ਕੰਮ ਕਰ ਰਿਹਾ ਖੁਦਾ ਦੇ ਲਈ, ਐਡਾ ਮਹੱਤਵਪੂਰਨ ਕੰਮ ਕਰਦਾ ਹੈ ਖੁਦਾ ਦੇ ਲਈ, ਉਹ ਸਾਰੇ ਮੂਰਤੀਆਂ ਨੂੰ ਹਟਾ ਦਿੰਦਾ ਹੈ। ਆਸਾ ਬੜਾ ਅਦਭੁਤ ਖੁਦਾ ਦਾ ਬੰਦਾ ਹੈ ਇਸ ਜਗ੍ਹਾ ਤੇ। ਪਰ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ 16 ਵਚਨ, ਆਸਾ ਕਿਸੇ ਹੱਦ ਤੱਕ ਯਹੋਵਾ ਨੂੰ ਪ੍ਰਸੰਨ ਕਰਦਾ ਹੈ। ਅਸੀਂ ਦੇਖਾਂਗੇ ਕਿ ਆਸਾ ਯਹੋਵਾ ਨੂੰ ਖੁਸ਼ ਕਰਨ ਦੇ ਲਈ ਕੀ ਕੁਛ ਕਰਦਾ ਹੈ। ਤੁਹਾਨੂੰ ਪਤਾ ਜੋ ਅਸੀਂ 16 ਆਇਤ ਨੂੰ ਪੜ੍ਹਦੇ ਉੱਥੇ ਕੀ ਲਿਖਿਆ ਹੈ? ਲਿਖਿਆ ਹੈ, ਅਤੇ ਆਸਾ ਪਾਤਸ਼ਾਹ ਨੇ ਆਪਣੀ ਦਾਦੀ ਮੱਕਾ ਨੂੰ ਵੀ ਦਾਦੀ ਰਾਣੀ ਦੀ ਪਦਵੀ ਤੋਂ ਹਟਾ ਦਿੱਤਾ। ਕਿਉਂ? ਜੋ ਉਸਨੇ ਅਸ਼ੇਰਾ ਦੇਵੀ ਦੀ ਇੱਕ ਘਿਨਾਉਣੀ ਮੂਰਤ ਬਣਾਈ ਸੀ, ਜਿਹੜੀ ਘਿਨਾਉਣੀ ਮੂਰਤ ਨੂੰ ਆਸਾ ਨੇ ਵੱਢ ਕੇ ਚੂਰ ਕਰ ਦਿੱਤਾ ਅਤੇ ਕਰਦੋਨ ਦੀ ਵਾਦੀ ਵਿੱਚ ਸਾੜ ਦਿੱਤਾ। ਕਿਸ ਹੱਦ ਤੱਕ ਜਾ ਰਿਹਾ ਹੈ ਖੁਦਾ ਨੂੰ ਖੁਸ਼ ਕਰਨ ਦੇ ਲਈ? ਕੀ ਹੁੰਦਾ ਹੈ? ਇਸ ਦੀ ਦਾਦੀ ਨੇ ਕੀ ਕੀਤਾ ਹੈ? ਇੱਕ ਦੇਵੀ ਦੀ ਮੂਰਤੀ ਲੈ ਆਂਦੀ ਹੈ ਤੇ ਆਸਾ ਨੇ ਕੀ ਕੀਤਾ? ਆਪਣੀ ਦਾਦੀ ਨੂੰ ਰਾਣੀ ਪਦ ਤੋਂ ਹਟਾ ਦਿੱਤਾ ਹੈ। ਆਸਾ ਨੇ ਉਸ ਮੂਰਤੀ ਨੂੰ ਚੂਰ ਚੂਰ ਕਰ ਦਿੱਤਾ, ਇੱਕ ਵਾਦੀ ਦੇ ਵਿੱਚ ਸਾੜ ਦਿੱਤਾ। ਇਸ ਹੱਦ ਤੱਕ ਯਹੋਵਾ ਨੂੰ ਖੁਸ਼ ਕਰ ਰਿਹਾ ਹੈ, ਯਹੋਵਾ ਨੂੰ ਪ੍ਰਸੰਨ ਕਰ ਰਿਹਾ ਆਪਣੇ ਰਾਜ ਵਿੱਚ, ਤੇ ਇਹਦੇ ਰਾਜ ਵਿੱਚ ਸ਼ਾਂਤੀ ਹੈ। ਆਸਾ ਬਹੁਤ ਜ਼ਬਰਦਸਤ ਕੰਮ ਕਰ ਰਿਹਾ ਹੈ ਖੁਦਾ ਦਾ। ਆਸਾ ਬਹੁਤ ਅਜ਼ੀਮ ਤੇ ਅਦਭੁਤ ਕੰਮ ਕਰ ਰਿਹਾ ਖੁਦਾ ਦੇ ਲਈ। ਆਪਣੀ ਜ਼ਿੰਦਗੀ ਦੇ ਵਿੱਚ ਯਹੋਵਾ ਨੂੰ ਉੱਚਾ ਦਰਜਾ ਦੇ ਰਿਹਾ ਹੈ, ਆਪਣੇ ਰਾਜ ਦੇ ਵਿੱਚ ਯਹੋਵਾ ਨੂੰ ਉੱਚਾ ਦਰਜਾ ਦੇ ਰਿਹਾ ਹੈ। ਆਸਾ ਆਪਣੇ ਜੀਵਨ ਵਿੱਚ ਖੁਦਾ ਨੂੰ ਖੁਸ਼ ਕਰ ਰਿਹਾ ਹੈ, ਆਸਾ ਆਪਣੇ ਰਾਜ ਵਿੱਚ ਖੁਦਾ ਨੂੰ ਖੁਸ਼ ਕਰ ਰਿਹਾ ਹੈ, ਤੇ ਖੁਦਾ ਇਹਦੇ ਤੋਂ ਖੁਸ਼ ਵੀ ਹੈ। ਆਸਾ ਕੀ ਕਰਦਾ ਹੈ? ਜਦੋਂ ਅਸੀਂ 17 ਵਚਨ ਪੜ੍ਹਦੇ ਹਾਂ ਲਿਖਿਆ ਹੈ, ਪਰ ਇਸਰਾਇਲ ਵਿੱਚੋਂ ਉੱਚੇ ਥਾਂ ਢਾਏ ਨਾ ਗਏ, ਤਾਂ ਵੀ ਆਸਾ ਦਾ ਮਨ ਸਾਰੀ ਉਮਰ ਸੰਪੂਰਨ ਰਿਹਾ, ਅਤੇ ਉਹ ਪਰਮੇਸ਼ਵਰ ਦੇ ਭਵਨ ਵਿੱਚ ਉਹਨਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ, ਨਾਲੇ ਉਹਨਾਂ ਨੂੰ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸਨ ਅੰਦਰ ਲਿਆਇਆ, ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ। ਅਤੇ ਆਸਾ ਦੇ ਰਾਜ ਦੇ 35ਵੇਂ ਵਰੇ ਤੀਕ ਕੋਈ ਲੜਾਈ ਨਾ ਹੋਈ। ਕਿੱਡੀ ਸ਼ਾਂਤੀ ਹੈ ਇਹਦੇ ਰਾਜ ਵਿੱਚ। ਕਿਉਂ? ਕਿਉਂਕਿ ਆਪਣੇ ਰਾਜ ਵਿੱਚ ਕਿਹਨੂੰ ਉੱਚਿਆ ਕਰ ਰਿਹਾ ਹੈ? ਯਹੋਵਾ ਨੂੰ।
ਬਾਕੀ ਸਾਰੀਆਂ ਮੂਰਤੀਆਂ ਨੂੰ ਇਹਨੇ ਹਟਾ ਸੁੱਟਿਆ ਹੈ। ਜੇ ਕੋਈ ਪੂਜਾ ਕਰਦਾ ਹੈ ਤੇ ਉਹਨੂੰ ਇਹ ਸਜ਼ਾ ਦਿੰਦਾ ਹੈ, ਜਿਹਦੀ ਐਗਜ਼ਾਮਪਲ ਅਸੀਂ ਵੇਖੀਏ ਕਿ ਇਸ ਦੀ ਦਾਦੀ ਆਸਾ ਨਹੀਂ ਚਾਹੁੰਦਾ ਕਿ ਖੁਦਾ ਤੋਂ ਵੱਧ ਕੇ, ਪਰਮੇਸ਼ਵਰ ਤੋਂ ਵੱਧ ਕੇ ਕੋਈ ਕਿਸੇ ਹੋਰ ਨੂੰ ਭੇਂਟ ਚੜਾਵੇ ਜਾਂ ਕਿਸੇ ਹੋਰ ਦੀ ਪੂਜਾ ਕਰੇ। ਇਸ ਦੀ ਦਾਦੀ ਨੇ ਕੀਤੀ ਹੈ ਤੇ ਇਸਨੇ ਆਪਣੀ ਦਾਦੀ ਨੂੰ ਰਾਣੀ ਪਦ ਤੋਂ ਵੀ ਹਟਾ ਦਿੱਤਾ ਹੈ। ਕਿਸ ਕਾਬਿਲ ਯਹੋਵਾ ਦਾ ਕੰਮ ਕਰ ਰਿਹਾ ਹੈ। ਪਰ ਜਦੋਂ ਅਸੀਂ 16 ਅਧਿਆਏ ਪੜ੍ਹਦੇ ਉਹਦੇ ਵਿੱਚ ਕੀ ਹੁੰਦਾ ਹੈ? ਜਦੋਂ ਅਸੀਂ ਪੜ੍ਹਦੇ ਹਾਂ 16 ਅਧਿਆਏ ਦਾ ਪਹਿਲੇ ਵਚਨ ਤੋਂ, ਆਸਾ ਦੇ ਰਾਜ ਦੇ 36ਵੇਂ ਵਰੇ ਇਸਰਾਇਲ ਦੇ ਪਾਤਸ਼ਾਹ ਬਿਆਸ਼ਾ ਨੇ ਯਹੂਦਾ ਉੱਤੇ ਚੜ੍ਹਾਈ ਕੀਤੀ ਅਤੇ ਰਾਮਾ ਨੂੰ ਬਣਾਇਆ, ਤਾਂ ਜੋ ਯਹੂਦਾ ਪਾਤਸ਼ਾਹ ਆਸਾ ਕੋਲ ਨਾ ਕੋਈ ਜਾਵੇ ਅਤੇ ਨਾ ਕੋਈ ਆਵੇ। ਤਾਂ ਆਸਾ ਨੇ ਯਹੋਵਾ ਦੇ ਭਵਨ ਅਤੇ ਸ਼ਾਹੀ ਮਹਿਲ ਦੇ ਖਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ ਕੱਢ ਕੇ ਆਰਾਮ ਦੇ ਪਾਤਸ਼ਾਹ ਬਨ ਹਦਾਦ ਕੋਲ, ਜੋ ਦਮਿਸ਼ਕ ਵਿੱਚ ਵਸਦਾ ਸੀ, ਇਉਂ ਆ ਕੇ ਘੱਲ ਦਿੱਤਾ ਕਿ ਉਹ ਨੇਮ ਜੋ ਮੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਰ ਤੇਰੇ ਪਿਤਾ ਵਿੱਚ ਸੀ, ਵੇਖ ਮੈਂ ਤੇਰੇ ਕੋਲ ਚਾਂਦੀ ਤੇ ਸੋਨਾ ਘੱਲਦਾ ਹਾਂ, ਭਾਈ ਜਾ ਕੇ ਇਸਰਾਇਲ ਦੇ ਪਾਤਸ਼ਾਹ ਬਿਆਸਾ ਨਾਲੋਂ ਆਪਣਾ ਨੇਮ ਤੋਰ ਲਵੇ, ਤਾਂ ਜੋ ਉਹ ਮੇਰੇ ਕੋਲੋਂ ਮੁੜ ਜਾਵੇ। ਤਾਂ ਬਨ ਹਦਾਦ ਨੇ ਆਸਾ ਪਾਤਸ਼ਾਹ ਦੀ ਗੱਲ ਮੰਨੀ ਅਤੇ ਆਪਣੀਆਂ ਫੌਜਾਂ ਦੇ ਸਰਦਾਰ ਨੂੰ ਇਸਰਾਇਲ ਦੇ ਸ਼ਹਿਰਾਂ ਦੇ ਵਿਰੁੱਧ ਘੱਲਿਆ। ਸੋ ਉਹਨਾਂ ਨੇ ਇਯੋਨ ਅਤੇ ਦਾਨ ਅਤੇ ਇਬੇਲ ਮਾਇਮ ਅਤੇ ਨਿਫਤਾਲੀ ਦੇ ਸ਼ਹਿਰਾਂ ਦੇ ਸਾਰੇ ਭੰਡਾਰਾਂ ਨੂੰ ਤਬਾਹ ਕਰ ਦਿੱਤਾ। ਜਦ ਬਿਆਸਾ ਨੇ ਇਹ ਸੁਣਿਆ ਤਾਂ ਰਾਮਾ ਦਾ ਬਣਾਉਣਾ ਛੱਡ ਕੇ ਆਪਣਾ ਕੰਮ ਬੰਦ ਕਰ ਦਿੱਤਾ। ਤਦ ਆਸਾ ਪਾਤਸ਼ਾਹ ਸਾਰੇ ਯਹੂਦਾ ਨੂੰ ਆਪਣੇ ਨਾਲ ਲਿਆ ਅਤੇ ਉਹ ਰਮਾਂ ਦੇ ਪੱਥਰਾਂ ਅਤੇ ਲੱਕੜੀਆਂ ਨੂੰ ਜਿਨ੍ਹਾਂ ਨਾਲ ਬਿਆਸ਼ਾ ਬਣਾ ਰਿਹਾ ਸੀ ਚੁੱਕ ਕੇ ਲੈ ਗਏ ਅਤੇ ਉਹਨਾਂ ਨਾਲ ਗੱਬਾ ਅਤੇ ਮਿਸਾਫਾ ਨੂੰ ਬਣਾਇਆ। ਕੀ ਹੋ ਰਿਹਾ ਹੈ? ਇਸ ਜਗ੍ਹਾ ਤੇ ਇੱਕ ਰਾਜਾ ਆ ਰਿਹਾ ਜੋ ਆਸਾ ਤੇ ਚੜ੍ਹਾਈ ਕਰਨੀ ਚਾਹੁੰਦਾ ਹੈ। ਬਿਆਸਾ, ਆਸਾ ਨੇ ਉਹਦੇ ਵਿਰੁੱਧ ਦੇ ਵਿੱਚ ਕੀ ਕੀਤਾ ਹੈ? ਇਸ ਜਗ੍ਹਾ ਤੇ ਹੁਣ ਆਸਾ ਯਹੋਵਾ ਦੇ ਕੋਲ ਨਹੀਂ ਗਿਆ। ਕਿਹਦੇ ਕੋਲ ਗਿਆ ਹੈ? ਜਦੋਂ ਅਸੀਂ ਇਹਦਾ ਪੜ੍ਹਦੇ ਹਾਂ 2 ਵਚਨ ਦੇ ਵਿੱਚ, ਤਾਂ ਆਸਾ ਯਹੋਵਾ ਦੇ ਭਵਨ ਵਿੱਚੋਂ ਸ਼ਾਹੀ ਮਹਿਲ ਦੇ ਖਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ ਕੱਢ ਕੇ ਆਰਾਮ ਦੇ ਪਾਤਸ਼ਾਹ ਦੇ ਕੋਲ, ਜਿਹੜੇ ਉਹਨੇ ਪਵਿੱਤਰ ਕਰਕੇ ਯਹੋਵਾ ਦੇ ਹਜ਼ੂਰ ਦੇ ਵਿੱਚ, ਯਹੋਵਾ ਦੇ ਘਰ ਵਿੱਚ ਭਾਂਡੇ ਤੇ ਸੋਨਾ ਚਾਂਦੀ ਰੱਖਿਆ, ਉਹ ਕੱਢ ਕੇ ਕਿਹਨੂੰ ਦੇ ਰਿਹਾ ਏ? ਆਰਾਮ ਦੇ ਪਾਤਸ਼ਾਹ ਬਨ ਹਦਾਦ ਨੂੰ ਦੇ ਰਿਹਾ ਹੈ। ਯਹੋਵਾ ਕੋਲ ਹੁਣ ਨਹੀਂ ਗਿਆ। ਬਿਆਸਾ ਦੇ ਨਾਲ ਟੱਕਰਾ ਕਰਨ ਲਈ ਯਹੋਵਾ ਦੇ ਕੋਲ ਨਹੀਂ ਪਹੁੰਚਿਆ, ਇੱਕ ਪਾਤਸ਼ਾਹ ਦੇ ਕੋਲ ਚਲ ਗਿਆ ਤੇ ਉਹਨੂੰ ਸੋਨਾ ਚਾਂਦੀ ਚੜਾ ਰਿਹਾ ਹੈ। ਕਿਉਂ ਜੋ ਇਹ ਬਿਆਸਾ ਨੂੰ ਭਜਾ ਸੁੱਟੇ। ਤੇ ਪਰ ਪਹਿਲਾਂ ਜਦੋਂ ਐਡੀ ਵੱਡੀ ਫੌਜ ਨੇ ਇਹਦੇ ਤੇ ਚੜ੍ਹਾਈ ਕੀਤੀ ਏ, ਉਦੋਂ ਯਹੋਵਾ ਦੇ ਸਾਹਮਣੇ ਗਿਆ ਤੇ ਯਹੋਵਾ ਨੇ ਭਜਾਏ ਨੇ। ਕੀ ਹੋ ਰਿਹਾ ਏ? ਜਦ ਅਸੀਂ ਇਹਦਾ 7 ਵਚਨ ਪੜ੍ਹਦੇ ਹਾਂ ਤਾਂ ਲਿਖਿਆ, ਉਸ ਵੇਲੇ ਹਨਾਨੀ ਗੈਬਦਾਨ ਯਹੂਦਾ ਦੇ ਪਾਤਸ਼ਾਹ ਆਸਾ ਦੇ ਕੋਲ ਆ ਕੇ ਆਖਣ ਲੱਗਾ, ਤੈਂ ਆਰਾਮ ਦੇ ਪਾਤਸ਼ਾਹ ਉੱਤੇ ਭਰੋਸਾ ਕੀਤਾ ਹੈ ਅਤੇ ਯਹੋਵਾ ਆਪਣੇ ਪਰਮੇਸ਼ਰ ਉੱਤੇ ਭਰੋਸਾ ਨਹੀਂ ਰੱਖਿਆ। ਇਸ ਕਾਰਨ ਆਰਾਮ ਦੇ ਪਾਤਸ਼ਾਹ ਦੀ ਸੈਨਾ ਤੇਰੇ ਹੱਥੋਂ ਬਚ ਕੇ ਚਲੀ ਗਈ ਹੈ। ਕੀ ਕੂਸੀਆਂ ਅਤੇ ਲੂਬੀਆਂ ਦੀ ਸੈਨਾ ਵੱਡੀ ਭਾਰੀ ਨਹੀਂ ਸੀ, ਜਿਨ੍ਹਾਂ ਦੇ ਨਾਲ ਰੱਥ ਅਤੇ ਅਸਵਾਰ ਬਹੁਤ ਗਿਣਤੀ ਵਿੱਚ ਸਨ? ਤਾਂ ਵੀ ਤੂੰ ਯਹੋਵਾ ਉੱਤੇ ਭਰੋਸਾ ਰੱਖਿਆ, ਇਸ ਲਈ ਉਸਨੇ ਉਹਨਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ। ਇਸ ਜਗ੍ਹਾ ਤੇ ਹਨਾਨੀ ਖੁਦਾ ਦਾ ਦਾਸ ਆ ਰਿਹਾ ਇਹਦੇ ਕੋਲ। ਕੀ ਕਹਿ ਰਿਹਾ ਆਣ ਕੇ? ਕਹਿੰਦਾ ਏ ਤੂੰ ਯਹੋਵਾ ਨੂੰ ਛੱਡ, ਆਰਾਮ ਦੇ ਪਾਤਸ਼ਾਹ ਉੱਤੇ ਭਰੋਸਾ ਕੀਤਾ। ਸਟਾਰਟਿੰਗ ਦੇ ਵਿੱਚ ਇੱਕ ਇਹਦੇ ਕੋਲ ਬੰਦਾ ਆਂਦਾ ਹੈ ਜਿਹਦਾ ਨਾਮ ਹੈ ਅਜ਼ਰੀਆ। ਉਹ ਇਹਨੂੰ ਕੀ ਕਹਿੰਦਾ ਹੈ? ਕਹਿੰਦਾ ਜਿੰਨਾ ਚਿਰ ਤੂੰ ਯਹੋਵਾ ਦੇ ਨਾਲ ਰਵੇਂਗਾ, ਜਿੰਨਾ ਚਿਰ ਤੂੰ ਯਹੋਵਾ ਤੇ ਭਰੋਸਾ ਰੱਖੇਂਗਾ ਤੇ ਯਹੋਵਾ ਤੇਰੇ ਨਾਲ ਰਹੇਗਾ। ਪਰ ਇਹਨੇ ਕੀ ਕੀਤਾ ਹੈ? ਇਸ ਜਗ੍ਹਾ ਤੇ ਭਰੋਸਾ ਕਿਹਦੇ ਤੇ ਕਰ ਲਿਆ? ਇੱਕ ਇਨਸਾਨ ਤੇ, ਇੱਕ ਬੰਦੇ ਤੇ ਭਰੋਸਾ ਕਰ ਬੈਠਾ ਹੈ ਤੇ ਯਹੋਵਾ ਨੂੰ ਭੁੱਲ ਗਿਆ ਹੈ। ਤੇ ਇਸ ਜਗ੍ਹਾ ਤੇ ਖੁਦਾ ਦਾ ਬੰਦਾ ਆ ਰਿਹਾ ਹੈ, ਹਨਾਨੀ। ਖੁਦਾ ਦਾ ਰੂਹ ਉਹਦੇ ਤੇ ਆਇਆ ਤੇ ਉਹਨੇ ਕੀ ਆਣ ਕੇ ਕਿਹਾ ਹੈ? ਕਹਿੰਦਾ, ਹੇ ਆਸਾ, ਤੂੰ ਖੁਦਾ ਨੂੰ ਛੱਡ ਕੇ ਆਰਾਮ ਦੇ ਪਾਤਸ਼ਾਹ ਉੱਤੇ ਭਰੋਸਾ ਕਰ ਲਿਆ ਹੈ। ਕਹਿੰਦਾ ਭੁੱਲ ਗਿਆ ਤੂੰ ਕਿ ਜਦੋਂ ਐਡੀ ਵੱਡੇ ਜੱਥੇ, ਐਡੀ ਵੱਡੀ ਫੌਜ ਨੇ ਤੈਨੂੰ ਘੇਰਾ ਪਾ ਲਿਆ ਤੇ ਤੂੰ ਯਹੋਵਾ ਦੇ ਕੋਲ ਗਿਆ ਤੇ ਯਹੋਵਾ ਨੇ ਤੈਨੂੰ ਜਿਤਾ ਦਿੱਤਾ। ਇਹਨੇ ਕੀ ਕੀਤਾ ਹੈ? ਪਹਿਲੇ ਦਾਸ ਦੀ ਗੱਲ ਇਹਨੇ ਮੰਨ ਲਈ ਹੈ, ਅਜ਼ਰੀਆ ਦੀ ਗੱਲ ਇਹਨੇ ਮੰਨ ਲਈ ਹੈ। ਉਦੋਂ ਇਹਨੇ ਪੂਰੀ ਪ੍ਰਜਾ ਦੇ ਵਿੱਚ ਹੁਕਮ ਕਰ ਦਿੱਤਾ ਕਿ ਯਹੋਵਾ ਤੋਂ ਛੁੱਟ ਕਿਸੇ ਦੀ ਆਰਾਧਨਾ ਨਾ ਕਰੋ। ਜੇ ਉਹਦੀ ਦਾਦੀ ਨੇ ਕੀਤੀ ਕਿਸੇ ਹੋਰ ਦੀ, ਤੇ ਇਹਨੇ ਆਪਣੀ ਦਾਦੀ ਨੂੰ ਰਾਣੀ ਪਦ ਤੋਂ ਲਗਾ ਦਿੱਤਾ ਹੈ। ਇਸ ਹੱਦ ਤੱਕ ਜਾਂਦਾ ਹੈ। ਪਰ ਹੁਣ ਜਦੋਂ ਇਹਦੇ ਕੋਲ ਖੁਦਾ ਦਾ ਦਾਸ ਆਇਆ ਤੇ ਇਹਨੇ ਕੀ ਕੀਤਾ ਹੈ? ਜਦੋਂ ਅਸੀਂ ਪੜ੍ਹਦੇ ਹਾਂ 10 ਵਚਨ ਤਾਂ ਲਿਖਿਆ ਹੈ, ਤਦ ਆਸਾ ਨੇ ਉਸ ਗੈਬਦਾਨ ਤੋਂ ਨਾਰਾਜ਼ ਹੋ ਕੇ ਉਸ ਨੂੰ ਕੈਦਖਾਨੇ ਵਿੱਚ ਪਾ ਦਿੱਤਾ।
ਕਿਉਂ ਜੋ ਉਹ ਉਸ ਦੀ ਗੱਲ ਦੇ ਕਾਰਨ ਬਹੁਤ ਹਰਖ ਵਿੱਚ ਆ ਗਿਆ ਅਤੇ ਆਸਾ ਨੇ ਉਸ ਸਮੇਂ ਲੋਕਾਂ ਵਿੱਚੋਂ ਕਈਆਂ ਹੋਰਨਾਂ ਉੱਤੇ ਵੀ ਜ਼ੁਲਮ ਕੀਤੇ। ਅਤੇ ਵੇਖੋ ਆਸਾ ਦੇ ਕੰਮ ਮੁੱਢ ਤੋਂ ਅੰਤ ਤੀਕ ਯਹੂਦਾ ਅਤੇ ਇਜ਼ਰਾਈਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ। ਅਤੇ ਆਸਾ ਦੀ ਪਾਤਸ਼ਾਹੀ ਦੇ 39ਵੇਂ ਵਰੇ ਉਸ ਦੇ ਪੈਰ ਵਿੱਚ ਇੱਕ ਰੋਗ ਲੱਗਾ ਅਤੇ ਉਹ ਰੋਗ ਬਹੁਤ ਵੱਧ ਗਿਆ। ਤਾਂ ਵੀ ਉਹ ਆਪਣੀ ਬਿਮਾਰੀ ਵਿੱਚ ਯਹੋਵਾ ਦਾ ਚਾਹਵੰਦ ਨਾ ਹੋਇਆ, ਸਗੋਂ ਵੈਦਾਂ ਦੇ ਮਗਰ ਲੱਗ ਗਿਆ। ਹਰ ਚੀਜ਼ ਵਿੱਚ ਹੁਣ ਯਹੋਵਾ ਤੋਂ ਭਰੋਸਾ ਹਟਾ ਲਿਆ ਹੈ। ਹਰ ਗੱਲ ਵਿੱਚ ਯਹੋਵਾ ਤੋਂ ਭਰੋਸਾ ਚੁੱਕ ਰਿਹਾ ਹੈ। ਇਹ ਭੁੱਲ ਗਿਆ ਯਹੋਵਾ ਦੀ ਮੁਹੱਬਤ ਨੂੰ, ਇਹ ਭੁੱਲ ਗਿਆ ਯਹੋਵਾ ਦੇ ਕੀਤੇ ਕੰਮਾਂ ਨੂੰ ਇਹਦੀ ਜ਼ਿੰਦਗੀ ਵਿੱਚ। ਕਿਵੇਂ ਯਹੋਵਾ ਇਹਨੂੰ ਜਿਤਾਉਂਦਾ ਹੈ, ਕਿਵੇਂ ਯਹੋਵਾ ਇਹਦੇ ਰਾਜ ਵਿੱਚ ਸ਼ਾਂਤੀ ਨੂੰ ਲੈ ਕੇ ਆਉਂਦਾ ਹੈ। ਇਹਨੇ ਸਾਰੀਆਂ ਚੀਜ਼ਾਂ ਨੂੰ ਭੁੱਲ ਗਿਆ ਹੈ ਤੇ ਧਿਆਨ ਕਿਹਦੇ ਤੇ ਲਗਾ ਲਿਆ ਹੁਣ? ਇਨਸਾਨਾਂ ਤੇ ਲਗਾ ਲਿਆ ਹੈ, ਬੰਦਿਆਂ ਤੇ ਲਗਾ ਲਿਆ ਹੈ। ਬਿਮਾਰ ਹੋ ਗਿਆ ਹੈ ਤੇ ਯਹੋਵਾ ਦੇ ਸਾਹਮਣੇ ਜਾਣ ਦੇ ਨਾਲੋਂ ਕਿਹਦੇ ਕੋਲ ਗਿਆ ਹੈ? ਵੈਦਖਾਨੇ ਵਿੱਚ ਚਲਾ ਗਿਆ ਹੈ। ਬੰਦਿਆਂ ਤੇ ਯਕੀਨ ਕਰ ਬੈਠਾ ਹੈ। ਤੇ ਕੀ ਹੁੰਦਾ ਹੈ? ਲਿਖਿਆ ਉਹ 41ਵੇਂ ਵਰੇ ਰਾਜ ਕਰਕੇ ਮਰ ਗਿਆ ਹੈ। ਇਹ ਇਹਦੀ ਪੂਰੀ ਜੀਵਨੀ ਹੈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਅਸੀਂ ਸ਼ੁਰੂ ਦੇ ਵਿੱਚ ਖੁਦਾ ਦੇ ਨਾਲ ਚੱਲਦੇ ਹਾਂ ਤੇ ਇਸ ਕਾਬਿਲ ਚੱਲਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦਾ ਹਰ ਉੱਚਾ ਦਰਜਾ ਖੁਦਾ ਨੂੰ ਦਿੰਦੇ ਹਾਂ। ਪਰ ਜਦੋਂ ਅਸੀਂ ਅੰਤ 'ਚ ਪਹੁੰਚ ਜਾਂਦੇ ਹਾਂ ਤੇ ਅਸੀਂ ਕਈ ਵਾਰੀ ਖੁਦਾ ਨੂੰ ਛੱਡ ਦਿੰਦੇ ਹਾਂ। ਕਈ ਵਾਰੀ ਖੁਦਾ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ ਤਾਂ ਅਸੀਂ ਖੁਦਾ ਨੂੰ ਭੁੱਲ ਜਾਂਦੇ ਹਾਂ। ਅਸੀਂ ਇਨਸਾਨ ਤੇ ਭਰੋਸਾ ਰੱਖ ਲੈਂਦੇ ਹਾਂ, ਅਸੀਂ ਇਨਸਾਨਾਂ ਤੇ ਯਕੀਨ ਕਰ ਲੈਂਦੇ ਹਾਂ। ਇਸ ਲਈ ਆਪਣੀ ਜ਼ਿੰਦਗੀ ਦੀ ਸਟਾਰਟਿੰਗ ਨਾ ਦੇਖੋ, ਆਪਣੀ ਜ਼ਿੰਦਗੀ ਦੀ ਸ਼ੁਰੂਆਤ ਨਾ ਦੇਖੋ ਕਿ ਤੁਸੀਂ ਕਿਵੇਂ ਖੁਦਾ ਵਿੱਚ ਕਰ ਰਹੇ ਹੋ। ਅੰਤ ਦੇਖੋ ਕਿ ਸਾਡਾ ਅੰਤ ਕੀ ਹੋ ਰਿਹਾ ਹੈ, ਕਿ ਸਾਡਾ ਅੰਤ ਵੀ ਖੁਦਾ ਵਿੱਚ ਹੋ ਰਿਹਾ ਹੈ। ਇਸ ਨੂੰ ਇੱਕ ਫਰਮਾਨ ਦਿੱਤਾ ਹੈ, ਇੱਕ ਹੁਕਮ ਦਿੱਤਾ ਹੈ ਅਜ਼ਰੀਆ ਨੇ। ਕਹਿੰਦਾ ਹੈ ਕਿ ਜੇ ਤੂੰ ਖੁਦਾ ਦੇ ਨਾਲ ਰਵੇਂਗਾ ਤੇ ਖੁਦਾ ਵੀ ਤੇਰੇ ਨਾਲ ਰਵੇਗਾ। ਪਰ ਜਦੋਂ ਇਹ ਜਿੱਤਦਾ ਗਿਆ ਹੈ, ਸ਼ਾਂਤੀ ਇਹਦੇ ਰਾਜ ਵਿੱਚ ਕਾਇਮ ਰਹੀ ਹੈ ਤੇ ਇਹਨੇ ਉਸ ਹੁਕਮ ਨੂੰ ਭੁਲਾ ਦਿੱਤਾ ਹੈ। ਤੇ ਕੀ ਹੁੰਦਾ ਹੈ? ਖੁਦਾ ਇਹਨੂੰ ਛੱਡ ਕੇ ਚਲਾ ਜਾਂਦਾ ਹੈ। ਖੁਦਾ ਵੀ ਇਹਦੀ ਜ਼ਿੰਦਗੀ ਤੋਂ ਨਾਰਾਜ਼ ਹੋ ਜਾਂਦਾ ਹੈ ਕਿਉਂਕਿ ਇਸਨੇ ਹੁਕਮ ਨੂੰ ਤੋੜਿਆ ਹੈ। ਇਹ ਭੁੱਲ ਗਿਆ ਹੈ ਕਿ ਮੈਨੂੰ ਖੁਦਾ ਦੇ ਦਾਸ ਨੇ ਕਿਹਾ ਸੀਗਾ ਕਿ ਜੇ ਤੂੰ ਖੁਦਾ ਨਾਲ ਰਹੇਂਗਾ, ਜਿੰਨਾ ਚਿਰ ਤੂੰ ਖੁਦਾ ਦੀ ਖੋਜ ਕਰੇਂਗਾ ਤੇ ਖੁਦਾ ਵੀ ਤੇਰੇ ਨਾਲ ਨਾਲ ਚੱਲੇਗਾ। ਤੇ ਇਹਦੇ ਨਾਲ ਖੁਦਾ ਚੱਲਦਾ ਰਿਹਾ। ਜਿੰਨੀ ਦੇਰ ਆਸਾ ਖੁਦਾ ਦੇ ਨਾਲ ਚੱਲਿਆ ਏ ਤੇ ਖੁਦਾ ਨੇ ਇਹਨੂੰ ਸ਼ਰਮਿੰਦਿਆ ਨਹੀਂ ਹੋਣ ਦਿੱਤਾ। ਪਰ ਜਦੋਂ ਆਸਾ ਨੇ ਖੁਦਾ ਨੂੰ ਛੱਡ ਇਨਸਾਨਾਂ ਤੇ ਭਰੋਸਾ ਕਰ ਲਿਆ ਏ ਤੇ ਖੁਦਾ ਵੀ ਇਹਨੂੰ ਛੱਡ ਕੇ ਚਲਾ ਗਿਆ। ਸ਼ੁਰੂਆਤ ਬੜੀ ਜ਼ਬਰਦਸਤ ਕਰ ਰਿਹਾ ਖੁਦਾ ਦੇ ਵਿੱਚ, ਪਰ ਅੰਤ ਦੇ ਵਿੱਚ ਖੁਦਾ ਇਹਦੇ ਨਾਲ ਨਹੀਂ ਹੈਗਾ। ਇਸ ਲਈ ਅਸੀਂ ਵੀ ਸੋਚਦੇ ਹਾਂ, ਜਦੋਂ ਅਸੀਂ ਸ਼ੁਰੂਆਤੀ ਜੀਵਨ ਵਿੱਚ ਖੁਦਾ ਨਾਲ ਆਉਂਦੇ ਹਾਂ ਤਾਂ ਅਸੀਂ ਉਹ ਕੰਮ ਕਰਦੇ ਹਾਂ ਵੀ ਕੋਈ ਵੀ ਅਜਿਹਾ ਕੰਮ ਨਾ ਹੋਵੇ ਜਿਸ ਤੋਂ ਖੁਦਾ ਦੁਖੀ ਹੋਵੇ। ਪਰ ਕਈ ਵਾਰੀ ਅੰਤ ਵਿੱਚ ਸਾਡੀਆਂ ਕਈ ਗਲਤੀਆਂ ਦੇ ਕਾਰਨ ਅਸੀਂ ਕਈ ਵਾਰੀ ਅੰਤ ਦੇ ਵਿੱਚ ਖੁਦਾ ਨੂੰ ਛੱਡ ਇਨਸਾਨਾਂ ਤੇ ਯਕੀਨ ਕਰ ਲੈਂਦੇ ਹਾਂ। ਕਈ ਵਾਰੀ ਖੁਦਾ ਨੂੰ ਛੱਡ ਕਿਸੇ ਤਾਕਤ ਤੇ ਯਕੀਨ ਕਰ ਲੈਂਦੇ, ਕਿਸੇ ਹੋਰ ਤਾਕਤ ਤੇ ਯਕੀਨ ਕਰ ਲੈਂਦੇ ਹਾਂ ਤੇ ਖੁਦਾ ਛੱਡ ਜਾਂਦਾ ਹੈ। ਸ਼ੁਰੂਆਤ ਨਾ ਦੇਖੋ ਕਿ ਸ਼ੁਰੂਆਤ 'ਚ ਖੁਦਾ ਤੁਹਾਡੇ ਨਾਲ ਕਿਵੇਂ ਚੱਲ ਰਿਹਾ ਹੈ, ਅੰਤ ਦੇਖੋ ਕਿ ਅੰਤ ਵਿੱਚ ਖੁਦਾ ਤੁਹਾਡੇ ਨਾਲ ਹੈ ਕਿ ਜਾਂ ਨਹੀਂ ਹੈਗਾ। ਇਸੇ ਤਰ੍ਹਾਂ ਦਾ ਇੱਕ ਰਾਜਾ ਹੋਰ ਹੈ ਬਾਈਬਲ ਵਿੱਚ ਜਿਹੜਾ ਇਸ ਦੇ ਉਲਟ ਹੈ। ਉਹਦਾ ਨਾਮ ਹੈ ਮਨੱਸਾ। ਮਨੱਸੇ ਉਹ ਰਾਜਾ ਹੈ ਜਿਹੜਾ ਬਹੁਤ ਦੁਸ਼ਟ ਹੈ, ਜਿਹੜਾ ਬਦਕਾਰੀ ਦੇ ਵਿੱਚ ਡੁੱਬਿਆ ਪਿਆ ਹੈ, ਜਿਹੜਾ ਰੱਜ ਕੇ ਪਾਪ ਕਰਦਾ ਹੈ। ਮਨੱਸੇ ਕੌਣ ਹੈ? ਮਨੱਸੇ ਹਿਜ਼ਕੀਆ ਦਾ ਪੁੱਤਰ ਹੈ। ਹਿਜ਼ਕੀਆ ਉਹ ਰਾਜਾ ਹੈ ਜਿਹਨੇ ਯਹੋਵਾ ਦੇ ਸਾਹਮਣੇ ਵਿਰਲਾਪ ਕਰਕੇ 15 ਵਰੇ ਆਪਣੀ ਉਮਰ ਨੂੰ ਵਧਾਇਆ ਹੈ। ਇਹ ਉਹਦਾ ਪੁੱਤਰ ਹੈ। ਪਰ ਕੰਮ ਕੀ ਕਰਦਾ ਹੈ ਰਾਜ ਵਿੱਚ? ਜਦੋਂ ਤੁਸੀਂ ਦੂਸਰਾ ਇਤਿਹਾਸ 33 ਅਧਿਆਏ ਪੂਰਾ ਰੀਡ ਕਰੋਗੇ, ਉਹਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੜ੍ਹਿਓ ਮਨੱਸੇ ਦੀ ਜ਼ਿੰਦਗੀ ਬਾਰੇ। ਮਨੱਸਾ ਸ਼ੁਰੂ ਦੇ ਵਿੱਚ ਬਹੁਤ ਬਦਕਾਰੀ ਦੇ ਵਿੱਚ ਹੈ, ਬੜੇ ਪਾਪ ਤੇ ਹਰ ਤਰ੍ਹਾਂ ਦਾ ਘਿਨਾਉਣਾ ਕੰਮ ਕਰਦਾ। ਯਹੋਵਾ ਦੀ ਨਿਗਾਹ ਦੇ ਵਿੱਚ ਮਾੜਾ ਹੈ। ਜਦੋਂ ਅਸੀਂ ਮਨੱਸੇ ਦੀ ਜ਼ਿੰਦਗੀ ਬਾਰੇ ਪੜ੍ਹਦੇ ਹਾਂ, ਦੂਜਾ ਇਤਿਹਾਸ 33 ਅਧਿਆਏ ਲਿਖਿਆ ਹੈ, ਅਸੀਂ 3 ਵਚਨ ਤੋਂ ਪੜ੍ਹਦਾ। ਕਿਉਂ ਜੋ ਉਸਨੇ ਉਹਨਾਂ ਉੱਚੀਆਂ ਥਾਵਾਂ ਨੂੰ ਜਿਨ੍ਹਾਂ ਨੂੰ ਉਸਦੇ ਪਿਤਾ ਹਿਜ਼ਕੀਆ ਨੇ ਢਾਇਆ ਸੀ ਫੇਰ ਬਣਾਇਆ ਅਤੇ ਬਾਲ ਦੇ ਲਈ ਜਗਵੇਦੀਆਂ ਬਣਾਈਆਂ ਅਤੇ ਟੁੰਡ ਦੇਵੀਆਂ ਬਣਾਈਆਂ ਅਤੇ ਸਾਰੇ ਸਵਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ। ਅਤੇ ਉਸਨੇ ਯਹੋਵਾ ਦੇ ਭਵਨ ਵਿੱਚ ਜਿਸ ਦੇ ਵਿਖੇ ਯਹੋਵਾ ਦਾ ਫਰਮਾਨ ਸੀ ਕਿ ਮੇਰਾ ਨਾਮ ਯਰੂਸ਼ਲਮ ਵਿੱਚ ਸਦਾ ਤੀਕ ਰਹੇਗਾ, ਜਗਵੇਦੀਆਂ ਬਣਾਈਆਂ। ਇਹ ਕਿਸ ਹੱਦ ਤੱਕ ਡਿੱਗ ਰਿਹਾ ਹੈ? ਇਸਨੇ ਹੁਣ ਖੁਦਾ ਦੇ ਭਵਨ ਦੇ ਵਿੱਚ ਵੀ ਦੂਜੇ ਦੇਵੀ ਦੇਵਤਿਆਂ ਦੀਆਂ ਜਗਵੇਦੀਆਂ ਬਣਾ ਲਈਆਂ ਨੇ। ਹਰ ਉਹ ਘਿਨਾਉਣਾ ਕੰਮ ਕਰ ਰਿਹਾ ਜੋ ਖੁਦਾ ਨੂੰ ਪਸੰਦ ਨਹੀਂ ਹੈ। ਤੁਹਾਨੂੰ ਪਤਾ ਮਨੱਸੇ ਕੀ ਕਰਦਾ ਹੈ? ਮਨੱਸੇ ਆਪਣੇ ਬੱਚਿਆਂ ਨੂੰ ਵੀ ਬਲੀ ਦੇ ਦਿੰਦਾ ਦੂਜਿਆਂ ਦੇਵਤਿਆਂ ਗਾੜੀ। ਇਸ ਹੱਦ ਤੱਕ ਇਹ ਪਾਪ ਕਰਦਾ ਹੈ, ਇਸ ਹੱਦ ਤੱਕ ਇਹ ਦੁਸ਼ਟਪੁਣਾ ਕਰਦਾ ਹੈ ਜੋ ਖੁਦਾ ਦੀ ਨਿਗਾਹ ਵਿੱਚ ਬਹੁਤ ਮਾੜਾ ਹੈ। ਇਹ ਹਰ ਉਹ ਘਿਨਾਉਣਾ ਕੰਮ ਕਰਦਾ ਹੈ। ਇਹ ਆਪਣੀ ਪ੍ਰਜਾ ਨੂੰ ਵੀ ਹੁਕਮ ਲਾ ਦਿੰਦਾ ਹੈ ਕਿ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰੋ, ਜਿਹੜਾ ਨਹੀਂ ਕਰੇਗਾ ਉਹਦੇ ਤੇ ਸਜ਼ਾ ਹੋਵੇਗੀ।
ਇਸ ਹੱਦ ਤੱਕ ਪਾਪ ਕਰ ਰਿਹਾ ਹੈ, ਇਸ ਹੱਦ ਤੱਕ ਖੁਦਾ ਨੂੰ ਨਾਰਾਜ਼ ਕਰ ਰਿਹਾ ਹੈ ਤੇ ਖੁਦਾ ਇਹਦੇ ਤੋਂ ਨਾਰਾਜ਼ ਹੈ। ਜਦੋਂ ਅਸੀਂ ਪੜ੍ਹਦੇ ਹਾਂ ਇਹਦੇ 7 ਵਚਨ ਨੂੰ ਪੜ੍ਹਦੇ ਹਾਂ, 6 ਤੋਂ ਮੈਂ ਸ਼ੁਰੂ ਕਰਦਾ। ਉੱਥੇ ਲਿਖਿਆ ਹੈ, ਅਤੇ ਉਸਨੇ ਬਨ ਹਿਨੋਮ ਦੀ ਵਾਦੀ ਵਿੱਚ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਢਾਲ ਪਾਉਂਦਾ, ਟੂਣੇ ਟੋਟਕੇ ਅਤੇ ਜਾਦੂ ਕਰਦਾ ਅਤੇ ਮਿੱਤਰ ਭੂਤ ਅਤੇ ਦਿਵਾਰਾਂ ਨਾਲ ਮਿਲ ਕੇ ਜੋਲ ਰੱਖਦਾ ਸੀ। ਉਹ ਅਜਿਹਾ ਕੰਮ ਕਰਨ ਵਿੱਚ ਯਹੋਵਾ ਦੀ ਨਿਗਾਹ ਵਿੱਚ ਭੈੜਾ ਸੀ, ਬਹੁਤ ਵੱਧ ਗਿਆ ਔਰ ਉਹਦੇ ਕ੍ਰੋਧ ਨੂੰ ਬਹੁਤ ਵਾਰ ਭੜਕਾਇਆ। ਮਨੱਸਾ ਬਿਲਕੁਲ ਆਸਾ ਦੇ ਉਲਟ ਚੱਲ ਰਿਹਾ ਹੈ। ਆਸਾ ਸਟਾਰਟਿੰਗ ਵਿੱਚ ਯਹੋਵਾ ਨੂੰ ਕੀ ਕਰਦਾ ਹੈ? ਖੁਸ਼ ਕਰਦਾ ਹੈ। ਆਸਾ ਸ਼ੁਰੂਆਤ ਦੇ ਵਿੱਚ ਹਰ ਉਸ ਮੂਰਤ ਨੂੰ ਆਪਣੇ ਰਾਜ ਵਿੱਚੋਂ ਕੱਢਦਾ ਜੋ ਯਹੋਵਾ ਦੇ ਖਿਲਾਫ ਹੈ, ਪਰ ਇਹ ਕੀ ਕਰ ਰਿਹਾ ਹੈ? ਬਿਲਕੁਲ ਉਲਟ ਕਰ ਰਿਹਾ ਹੈ। ਇਹਨੇ ਯਹੋਵਾ ਦੇ ਭਵਨ ਵਿੱਚ ਦੂਜਿਆਂ ਦੀਆਂ ਮੂਰਤੀਆਂ ਬਣਾ ਸੁੱਟੀਆਂ ਨੇ। ਇਸ ਹੱਦ ਤੱਕ ਯਹੋਵਾ ਨੂੰ ਨਾਰਾਜ਼ ਕਰਦਾ ਹੈ। ਅਸੀਂ ਪੜ੍ਹਿਆ, ਮਨੱਸੇ ਨੇ ਯਹੋਵਾ ਦੇ ਕ੍ਰੋਧ ਨੂੰ ਭੜਕਾਇਆ ਕਿਉਂਕਿ ਯਹੋਵਾ ਦੀ ਨਿਗਾਹ ਦੇ ਵਿੱਚ ਇਹ ਬਹੁਤ ਭੈੜਾ ਹੈ। ਇਹਨੇ ਆਪਣੇ ਪੁੱਤਰਾਂ ਨੂੰ ਵੀ ਦੂਜਿਆਂ ਦੇ ਅੱਗੇ ਬਲੀ ਦੇ ਦਿੱਤਾ ਹੈ। ਕਿੱਡੇ ਘਟੀਆ ਕੰਮ ਇਹ ਖੁਦਾ ਦੇ ਸਾਹਮਣੇ ਕਰ ਰਿਹਾ ਹੈ। ਪਰ ਆਸਾ ਇਹਦੇ ਬਿਲਕੁਲ ਉਲਟ ਸੀਗਾ। ਆਸਾ ਸ਼ੁਰੂਆਤ ਦੇ ਵਿੱਚ ਬੜੇ ਅਜ਼ੀਮ ਤੇ ਬੜੇ ਪਿਆਰੇ ਕੰਮ ਕਰਦਾ ਖੁਦਾ ਦੀ ਨਿਗਾਹ ਦੇ ਵਿੱਚ, ਤੇ ਖੁਦਾ ਉਹਦੇ ਤੋਂ ਖੁਸ਼ ਹੁੰਦਾ ਹੈ ਤੇ ਖੁਦਾ ਉਹਦੇ ਰਾਜ ਵਿੱਚ ਸ਼ਾਂਤੀ ਨੂੰ ਕਾਇਮ ਰੱਖਦਾ ਹੈ। ਪਰ ਇਸਨੇ ਕੀ ਕੀਤਾ ਹੈ? ਇਸਨੇ ਸ਼ੁਰੂਆਤੀ ਜੀਵਨ ਦੇ ਵਿੱਚ ਖੁਦਾ ਨੂੰ ਬਹੁਤ ਨਾਰਾਜ਼ ਕੀਤਾ ਹੈ। ਪਰ ਜਦੋਂ ਅਸੀਂ ਪੜ੍ਹਦੇ ਹਾਂ ਇਹਦਾ 9 ਵਚਨ, ਤਾਂ ਲਿਖਿਆ, ਮਨੱਸੇ ਯਹੂਦਾ ਤੇ ਯਰੂਸ਼ਲਮ ਦੇ ਵਾਸੀਆਂ ਨੂੰ ਕਰਾਹੇ ਪਾਇਆ ਕਿ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੀ ਵੱਧ ਬੁਰਾਈ ਕੀਤੀ ਜਿਨ੍ਹਾਂ ਨੂੰ ਯਹੋਵਾ ਨੇ ਇਸਰਾਏਲੀਆਂ ਦੇ ਅੱਗੇ ਬਰਬਾਦ ਕਰਾਇਆ। ਇਹ ਬਹੁਤ ਘਟੀਆ ਹੈ ਖੁਦਾ ਦੀ ਨਿਗਾਹ ਦੇ ਵਿੱਚ। ਇਹਦੇ ਤੋਂ ਪਹਿਲਾਂ ਕਿਸੇ ਨੇ ਵੀ ਇੰਨੇ ਦੁਸ਼ਟ ਕੰਮ ਨਹੀਂ ਕੀਤੇ ਜਿੰਨੇ ਇਹਨੇ ਕੀਤੇ ਨੇ। ਇਹ ਖੁਦਾ ਦੀ ਨਿਗਾਹ ਦੇ ਵਿੱਚ ਬਹੁਤ ਭੈੜਾ ਹੈ ਤੇ ਬਾਰ-ਬਾਰ ਖੁਦਾ ਦਾ ਕ੍ਰੋਧ ਇਹਦੇ ਤੇ ਆਉਂਦਾ ਹੈ। ਖੁਦਾ ਦੇ ਕ੍ਰੋਧ ਨੂੰ ਭੜਕਾਉਂਦਾ ਹੈ, ਖੁਦਾ ਨੂੰ ਗੁੱਸਾ ਚੜਾਉਂਦਾ ਹੈ। ਕਿਉਂਕਿ ਇਹ ਦੂਜੀਆਂ ਮੂਰਤੀਆਂ ਨੂੰ ਖੁਦਾ ਤੋਂ ਵੀ ਉੱਚਾ ਬਣਾਉਣਾ ਚਾਹੁੰਦਾ ਹੈ। ਇਹ ਸਾਰੇ ਦੇਸ਼ ਨੂੰ ਕਹਿੰਦਾ ਹੈ ਕਿ ਉਹਨਾਂ ਦੀ ਪੂਜਾ ਕਰੋ। ਇਹ ਸਾਰੀ ਪ੍ਰਜਾ ਨੂੰ ਕਹਿੰਦਾ ਹੈ ਕਿ ਦੂਜੀਆਂ ਮੂਰਤੀਆਂ ਉੱਚੀਆਂ ਸਥਾਨਾਂ ਦੇ ਉੱਤੇ ਜਾ ਕੇ ਬਾਲ ਦੀ ਪੂਜਾ ਕਰੋ, ਜਗਵੇਦੀਆਂ ਬਣਾਉਂਦਾ ਹੈ। ਪਰ ਜਦੋਂ ਅਸੀਂ ਦੂਜਾ ਇਤਿਹਾਸ 33 ਅਧਿਆਏ ਦਾ 10 ਵਚਨ ਪੜ੍ਹਦੇ, ਉੱਥੇ ਲਿਖਿਆ ਹੈ, ਤਾਂ ਯਹੋਵਾ ਨੇ ਮਨੱਸਾ ਅਤੇ ਉਸ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਪਰ ਉਹਨਾਂ ਨੇ ਗੌਰ ਨਾ ਕੀਤਾ। ਯਹੋਵਾ ਨੇ ਇਹਨਾਂ ਨਾਲ ਗੱਲ ਕਰਨੀ ਚਾਹੀ ਪਰ ਇਹਨਾਂ ਧਿਆਨ ਨਹੀਂ ਲਾਇਆ। ਫਿਰ ਕੀ ਹੁੰਦਾ 11 ਵਚਨ 'ਚ, ਇਸ ਲਈ ਯਹੋਵਾ ਅਸ਼ੂਰ ਦੇ ਪਾਤਸ਼ਾਹ ਦੇ ਸੈਨਾਪਤੀਆਂ ਨੂੰ ਉਹਨਾਂ ਉੱਤੇ ਚੜ੍ਹਾ ਲਿਆਇਆ ਜਿਹੜੇ ਮਨੱਸਾ ਨੂੰ ਬੰਨ੍ਹ ਕੇ ਹੱਥ ਘੜੀਆਂ ਅਤੇ ਬੇੜੀਆਂ ਨਾਲ ਬਾਬਲ ਨੂੰ ਲੈ ਗਏ। ਜਦ ਉਹ ਔਕੜ ਵਿੱਚ ਪਿਆ ਤਾਂ ਉਹਨੇ ਯਹੋਵਾ ਆਪਣੇ ਪਰਮੇਸ਼ਵਰ ਦੀ ਮਿੰਨਤ ਕੀਤੀ ਅਤੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਦੇ ਸਨਮੁਖ ਆਪਣੇ ਆਪ ਨੂੰ ਬਹੁਤ ਅਧੀਨ ਕੀਤਾ। ਹੁਣ ਇਹਦੀ ਜ਼ਿੰਦਗੀ ਦੇ ਵਿੱਚ ਪੁਆਇੰਟ ਇੱਕ ਇਦਾਂ ਦਾ ਆ ਗਿਆ ਜਿੱਥੋਂ ਇਹ ਆਪਣਾ ਰਸਤਾ ਚੰਗਾ ਕਰਨ ਲੱਗਾ। ਹੁਣ ਇਹਦੀ ਜ਼ਿੰਦਗੀ 'ਚ ਮੋੜ ਆ ਗਿਆ ਹੈ, ਔਕੜ ਦੇ ਵਿੱਚ ਪੈ ਗਿਆ ਹੈ। ਹੁਣ ਇਹ ਫਸ ਗਿਆ ਹੈ। ਇਹਨੂੰ ਦੂਜੇ ਰਾਜੇ ਆਏ ਨੇ ਤੇ ਬੰਦੀ ਬਣਾ ਕੇ ਲੈ ਗਏ ਨੇ ਤੇ ਇਹਨੂੰ ਯਾਦ ਆਇਆ ਹੈ ਆਪਣੇ ਪਿਓ ਦਾਦਿਆਂ ਦਾ ਪਰਮੇਸ਼ਵਰ ਯਹੋਵਾ, ਤੇ ਇਹਨੇ ਕੀ ਕੀਤਾ ਹੈ? ਇਹਨੇ ਉਸ ਗਾਰੀ ਮਿੰਨਤ ਕੀਤੀ। ਜਦੋਂ ਮੁਸੀਬਤ ਵਿੱਚ ਪਿਆ ਹੈ ਤਦੋਂ ਆਪਣੇ ਪਿਓ ਦਾਦਿਆਂ ਦਾ ਪਰਮੇਸ਼ਵਰ ਇਹਨੂੰ ਚੇਤੇ ਆ ਗਿਆ ਹੈ ਤੇ ਇਹਨੇ ਬੜੀ ਅਧੀਨਗੀ ਦੇ ਨਾਲ ਮਿੰਨਤਾਂ ਕੀਤੀਆਂ ਨੇ। ਬੜਾ ਅਧੀਨ ਹੋ ਗਿਆ। ਇਹਨੇ ਆਪਣੇ ਆਪ ਨੂੰ ਖਾਲੀ ਕਰ ਲਿਆ ਯਹੋਵਾ ਦੇ ਸਾਹਮਣੇ। ਇਹਨੇ ਆਪਣੇ ਆਪ ਨੂੰ ਤੋੜਿਆ ਯਹੋਵਾ ਦੇ ਸਾਹਮਣੇ। ਤੇ ਕੀ ਹੁੰਦਾ ਹੈ ਜਦੋਂ ਅਸੀਂ ਪੜ੍ਹਦੇ ਹਾਂ ਤਾਂ 13 ਵਚਨ ਤਾਂ ਲਿਖਿਆ ਹੈ, ਉਹਨੇ ਉਸ ਅੱਗੇ ਪ੍ਰਾਰਥਨਾ ਕੀਤੀ ਤਾਂ ਉਸਨੇ ਉਹਦੇ ਤਰਲਿਆਂ ਨੂੰ ਸੁਣ ਲਿਆ। ਉਹਨੂੰ ਉਹਦਾ ਰਾਜ ਵਿੱਚ ਯਰੂਸ਼ਲਮ ਮੋੜ ਲਿਆ ਤਾਂ ਮਨੱਸਾ ਨੇ ਜਾਣਿਆ ਕਿ ਯਹੋਵਾ ਹੀ ਪਰਮੇਸ਼ਵਰ ਹੈ। ਹੁਣ ਇਹਨੇ ਜਾਣ ਲਿਆ ਕਿ ਯਹੋਵਾ ਹੀ ਪਰਮੇਸ਼ਵਰ ਹੈ। ਇਹਨੇ ਆਪਣੇ ਆਪ ਨੂੰ ਤੋੜਿਆ ਹੈ, ਆਪਣੇ ਦਿਲ ਨੂੰ ਯਹੋਵਾ ਸਾਹਮਣੇ ਹਲੀਮ ਕੀਤਾ ਹੈ। ਇਹਨੇ ਆਪਣੀਆਂ ਗਲਤੀਆਂ ਦੀ ਮਾਫੀ ਮੰਗੀ ਹੈ ਯਹੋਵਾ ਕੋਲੋਂ, ਤੇ ਯਹੋਵਾ ਨੇ ਵੀ ਕੀ ਕੀਤਾ? ਇਹਦੇ ਤਰਲਿਆਂ ਨੂੰ ਸੁਣ ਕੇ ਇਹਦੀ ਪ੍ਰਾਰਥਨਾ ਸੁਣ ਲਈ ਹੈ ਤੇ ਯਹੋਵਾ ਨੇ ਇਹਨੂੰ ਮੁੜ ਆਪਣੇ ਦੇਸ਼ ਵਿੱਚ ਲੈ ਆਂਦਾ ਹੈ। ਤੇ ਇਹ ਕੀ ਕਰ ਰਿਹਾ ਹੈ ਹੁਣ? ਜਦੋਂ ਅਸੀਂ 16 ਵਚਨ ਪੜ੍ਹਦੇ ਹਾਂ ਉੱਥੇ ਲਿਖਿਆ ਹੈ 15 ਤੋਂ, ਅਤੇ ਉਹਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਹੋਵਾ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਹੋਵਾ ਦੇ ਭਵਨ ਦੇ ਪਹਾੜ ਉੱਤੇ ਯਰੂਸ਼ਲਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਕੱਢ ਸੁੱਟਿਆ। ਉਸਨੇ ਯਹੋਵਾ ਦੀ ਜਗਵੇਦੀ ਦੀ ਮੁਰੰਮਤ ਕਰਾਈ ਅਤੇ ਉਸ ਉੱਤੇ ਸੁੱਖ ਸਾਂਦ ਦੀਆਂ ਬਲੀਆਂ ਅਤੇ ਧੰਨਵਾਦ ਦੇ ਚੜਾਵੇ ਚੜਾਏ ਅਤੇ ਯਹੂਦਾ ਨੂੰ ਯਹੋਵਾ ਇਸਰਾਏਲ ਦੇ ਪਰਮੇਸ਼ਵਰ ਦੀ ਉਪਾਸਨਾ ਦਾ ਹੁਕਮ ਦੇ ਦਿੱਤਾ। ਕੀ ਕਰ ਰਿਹਾ ਹੈ? ਯਹੋਵਾ ਨੇ ਇਹਨੂੰ ਇਹਦੇ ਦੇਸ਼ 'ਚ ਮੋੜ ਲਿਆਂਦਾ ਹੈ। ਇਹ ਕੀ ਕਰ ਰਿਹਾ ਹੈ? ਇਹਨੇ ਜਿਹੜੀਆਂ ਦੂਜੀਆਂ ਜਗਵੇਦੀਆਂ, ਦੂਜੇ ਦੇਵੀ ਦੇਵਤਿਆਂ ਦੀਆਂ ਮੂਰਤਾਂ ਸਾਰੀਆਂ ਆਪਣੇ ਰਾਜ ਵਿੱਚੋਂ ਬਾਹਰ ਕੱਢ ਸੁੱਟੀਆਂ ਨੇ।
ਉਹ ਜਗਵੇਦੀਆਂ ਜੋ ਇਹਨੇ ਯਹੋਵਾ ਦੇ ਭਵਨ ਵਿੱਚ ਬਣਾਈਆਂ ਸਾਰੀਆਂ ਬਾਹਰ ਸੁੱਟ ਦਿੱਤੀਆਂ ਨੇ ਤੇ ਇਹਨੇ ਯਹੋਵਾ ਦੇ ਭਵਨ ਦੀ ਮੁਰੰਮਤ ਕਰਾਈ ਹੈ ਤੇ ਪੂਰੇ ਰਾਜ ਵਿੱਚ ਹੁਕਮ ਕਰ ਦਿੱਤਾ ਹੈ ਕਿ ਯਹੋਵਾ ਦੀ ਕੀ ਕਰੋ, ਉਪਾਸਨਾ ਤੇ ਆਰਾਧਨਾ ਕਰੋ। ਮਨੱਸੇ ਕੀ ਕਰ ਰਿਹਾ ਹੈ? ਮਨੱਸੇ ਨੇ ਸਾਰੀਆਂ ਉਹ ਜਗਵੇਦੀਆਂ ਜਿਹੜੀਆਂ ਯਹੋਵਾ ਦੇ ਖਿਲਾਫ ਖੜੀਆਂ ਕੀਤੀਆਂ ਨੇ, ਜਿਹੜੀਆਂ ਇਹਨੇ ਦੂਜੇ ਦੇਵੀ ਦੇਵਤਿਆਂ ਦੀਆਂ ਮੂਰਤਾਂ ਬਣਾਈਆਂ ਨੇ, ਸਾਰੀਆਂ ਆਪਣੇ ਰਾਜ ਵਿੱਚ ਬਾਹਰ ਕੱਢ ਸੁੱਟੀਆਂ ਨੇ। ਇਹਨੇ ਜੋ ਯਹੋਵਾ ਦੇ ਮਹਿਲ ਵਿੱਚ ਜਗਵੇਦੀ ਬਣਾਈ ਹੈ ਉਹਨੂੰ ਵੀ ਬਾਹਰ ਸੁੱਟ ਦਿੱਤਾ ਹੈ ਤੇ ਆਪਣੇ ਪੂਰੇ ਰਾਜ ਦੇ ਵਿੱਚ ਹੁਕਮ ਦੇ ਦਿੱਤਾ ਹੈ, ਆਪਣੀ ਪੂਰੀ ਪ੍ਰਜਾ ਨੂੰ ਹੁਕਮ ਸੁਣਾ ਰਿਹਾ ਹੈ, ਪੂਰੇ ਯਹੂਦਾ ਦੇ ਵਿੱਚ ਹੁਕਮ ਕਰ ਦਿੱਤਾ ਹੈ ਕਿ ਯਹੋਵਾ ਦੀ ਉਪਾਸਨਾ ਕਰੋ। ਕਿਉਂ? ਕਿਉਂਕਿ ਇਹਨੇ ਯਹੋਵਾ ਨੂੰ ਦੇਖਿਆ ਹੈ ਕਿ ਯਹੋਵਾ ਹੀ ਸੱਚਾ ਪਰਮੇਸ਼ਵਰ ਹੈ। ਇਹਨੇ ਯਹੋਵਾ ਦੇ ਸਾਹਮਣੇ ਆਪਣੇ ਦਿਲ ਨੂੰ ਤੋੜਿਆ ਹੈ ਤੇ ਆਪਣੇ ਦਿਲ ਨੂੰ ਯਹੋਵਾ ਵੱਲ ਮੋੜਿਆ ਹੈ ਤੇ ਬਿਲਕੁਲ ਇਹਦੇ ਉਲਟ ਆਸਾ ਹੈ। ਜਿਨਨੇ ਸਟਾਰਟਿੰਗ ਦੇ ਵਿੱਚ, ਸ਼ੁਰੂਆਤ ਦੇ ਵਿੱਚ ਯਹੋਵਾ ਨੂੰ ਬਹੁਤ ਪ੍ਰਸੰਨ ਕੀਤਾ ਹੈ, ਪਰ ਅਖੀਰ ਦੇ ਵਿੱਚ ਯਹੋਵਾ ਨੂੰ ਤਿਆਗ ਦਿੱਤਾ ਹੈ ਤੇ ਯਹੋਵਾ ਉਹਦੇ ਜੀਵਨ ਤੋਂ ਚਲਿਆ ਗਿਆ ਹੈ। ਇਹਨੇ ਕੀ ਕੀਤਾ ਹੈ? ਇਹਨੇ ਯਹੋਵਾ ਨੂੰ ਪੁਕਾਰਿਆ ਆਪਣੀ ਮੁਸੀਬਤ ਵੇਲੇ ਤੇ ਉਹਨੇ ਮੁਸੀਬਤ ਵੇਲੇ ਬੰਦਿਆਂ ਤੇ ਯਕੀਨ ਕੀਤਾ ਹੈ। ਉਹਦੇ ਕੋਲ ਖੁਦਾ ਦੇ ਬੰਦੇ ਵੀ ਆਉਂਦੇ ਰਹੇ, ਖੁਦਾ ਦਾ ਰੂਹ ਵੀ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਕਿ ਯਹੋਵਾ ਨੂੰ ਛੱਡ ਕਿਸੇ ਨੂੰ ਨਾ ਭਾਲਿਓ, ਯਹੋਵਾ ਦੀ ਖੋਜ ਕਰੋਗੇ ਤੇ ਯਹੋਵਾ ਤੁਹਾਡੇ ਨਾਲ ਚੱਲੇਗਾ। ਪਰ ਉਹ ਸਾਰੀਆਂ ਗੱਲਾਂ ਭੁੱਲ ਗਏ। ਆਸਾ ਨੇ ਆਪਣੇ ਰਾਜ ਦੇ ਅਖੀਰਲੇ ਵਰਿਆਂ ਦੇ ਵਿੱਚ ਯਹੋਵਾ ਨੂੰ ਸਤਾਇਆ ਹੈ। ਕਿਉਂ? ਕਿਉਂਕਿ ਉਹਨੇ ਬੰਦਿਆਂ ਤੇ ਯਕੀਨ ਕੀਤਾ ਹੈ। ਪਰ ਇਹਨੇ ਅਖੀਰਲੇ ਵਰਿਆਂ ਦੇ ਵਿੱਚ ਯਹੋਵਾ ਨੂੰ ਖੁਸ਼ ਕੀਤਾ ਹੈ। ਆਪਣਾ ਜੀ, ਆਪਣਾ ਦਿਲ, ਆਪਣਾ ਮਨ ਯਹੋਵਾ ਵੱਲ ਮੋੜ ਲਿਆ ਤੇ ਆਪਣੇ ਆਪ ਨੂੰ ਤੋੜਿਆ ਹੈ, ਹਲੀਮ ਕੀਤਾ ਹੈ ਆਪਣੇ ਆਪ ਨੂੰ। ਤੇ ਆਸਾ ਨੇ ਅਖੀਰਲੇ ਵਰਿਆਂ ਵਿੱਚ ਕੀ ਕੀਤਾ ਹੈ? ਉਹਦੇ ਕੋਲੋਂ ਖੁਦਾ ਦਾ ਬੰਦਾ ਵੀ ਆਂਦਾ ਹੈ ਤੇ ਉਹ ਉਹਦੀ ਗੱਲ ਨੂੰ ਸੁਣ ਕੇ ਗੁੱਸੇ ਵਿੱਚ ਆਂਦਾ ਹੈ। ਤੋਬਾ ਕਰਨ ਦੇ ਲਈ ਉਹਨੇ ਆਪਣੇ ਦਿਲ ਨੂੰ ਨਹੀਂ ਪ੍ਰੇਰਿਆ, ਆਪਣੇ ਦਿਲ ਨੂੰ ਤੋੜਿਆ ਨਹੀਂ ਉਹਨੇ ਯਹੋਵਾ ਸਾਹਮਣੇ। ਉਹਨੇ ਕੀ ਕੀਤਾ ਏ? ਜਿਹੜਾ ਸਨੇਹ ਲੈ ਕੇ ਆਇਆ ਏ, ਜਿਹੜਾ ਮੈਸੇਜ ਲੈ ਕੇ ਆਇਆ ਏ, ਉਹਨੂੰ ਵੀ ਆਪਣੇ ਬੰਦੀ ਗ੍ਰਹਿ ਵਿੱਚ ਸੁੱਟ ਦਿੱਤਾ ਹੈ। ਪਰ ਇਹਨੇ ਕੀ ਕੀਤਾ? ਇਹਨੇ ਆਪਣਾ ਦਿਲ ਯਹੋਵਾ ਵੱਲ ਮੋੜ ਲਿਆ ਹੈ। ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰਾ ਟੌਪਿਕ ਕੀ ਹੈ? ਮੇਰਾ ਟੌਪਿਕ ਇਹ ਕਿ ਜਦੋਂ ਅਸੀਂ ਖੁਦਾ ਵਿੱਚ ਚੱਲਦੇ ਹਾਂ ਤੇ ਆਪਣੀ ਸ਼ੁਰੂਆਤ ਨਾ ਦੇਖੀਏ, ਆਪਣਾ ਅਖੀਰ ਦੇਖੀਏ ਕਿ ਸਾਡਾ ਅਖੀਰ ਯਹੋਵਾ ਨਾਲ ਹੈ ਕਿ ਨਹੀਂ। ਕਈ ਵਾਰੀ ਅਸੀਂ ਖੁਦਾ ਵਿੱਚ ਆਉਂਦੇ ਹਾਂ ਕਿਸੇ ਵੀ ਰੀਜ਼ਨ ਦੇ ਨਾਲ, ਖੁਦਾ ਸਾਡੀ ਜ਼ਿੰਦਗੀ 'ਚ ਆਪਣੇ ਕੰਮ ਨੂੰ ਕਰਦਾ, ਖੁਦਾ ਸਾਡੀ ਜ਼ਿੰਦਗੀ 'ਚ ਆਪਣੀ ਟੈਸਟਮਨੀ ਨੂੰ ਬਣਾਉਂਦਾ, ਤਾਂ ਅਸੀਂ ਖੁਦਾ ਵਿੱਚ ਚੱਲਦੇ ਹਾਂ। ਜਦੋਂ ਅਸੀਂ ਖੁਦਾ ਦੇ ਨਾਲ ਚੱਲਦੇ ਹੁੰਦੇ ਹਾਂ, ਸ਼ੁਰੂਆਤੀ ਜੀਵਨ ਦੇ ਵਿੱਚ ਅਸੀਂ ਬਹੁਤ ਵਧੀਆ ਖੁਦਾ ਦੇ ਨਾਲ ਆਪਣਾ ਸਮਾਂ ਬਿਤਾਉਂਦੇ ਹਾਂ, ਖੁਦਾ ਵੀ ਸਾਡੇ ਨਾਲ ਰਹਿੰਦਾ ਹੈ। ਪਰ ਫਿਰ ਕਈ ਵਾਰੀ ਅਸੀਂ ਆਪਣੀ ਜ਼ਿੰਦਗੀਆਂ 'ਚ ਖੁਦਾ ਨੂੰ ਛੱਡ ਹੋਰ ਕਿਸੇ ਤੇ ਯਕੀਨ ਕਰ ਲੈਂਦੇ ਹਾਂ। ਜਦ ਅਸੀਂ ਖੁਦਾ ਨੂੰ ਭੁੱਲ ਜਾਂਦੇ ਹਾਂ, ਫਿਰ ਖੁਦਾ ਵੀ ਸਾਨੂੰ ਛੱਡ ਜਾਂਦਾ ਹੈ, ਖੁਦਾ ਵੀ ਸਾਨੂੰ ਤਿਆਗ ਦਿੰਦਾ ਹੈ। ਤੇ ਕਈ ਸਟਾਰਟਿੰਗ ਦੇ ਵਿੱਚ ਬੜੇ ਪਾਪ ਦੇ ਵਿੱਚ ਹੁੰਦੇ ਨੇ। ਤੁਹਾਡੇ ਸਾਹਮਣੇ ਕਈ ਗਵਾਹੀਆਂ ਹੋਣੀਆਂ ਨੇ ਇਸ ਤਰ੍ਹਾਂ ਦੇ ਸੇਵਕਾਂ ਦੀਆਂ, ਕਈ ਇਸ ਤਰ੍ਹਾਂ ਦੇ ਕਦਾਵਰ ਦਾਸਾਂ ਦੀ ਤੁਹਾਡੇ ਸਾਹਮਣੇ ਟੈਸਟਮਨੀ ਹੋਣੀਆਂ। ਤੁਸੀਂ ਜੀਵਨੀਆਂ ਨੂੰ ਪੜ੍ਹ ਸਕਦੇ ਜੇ, ਜਿੰਨਾ ਸਟਾਰਟਿੰਗ ਦੇ ਵਿੱਚ ਬਹੁਤ ਤੁਸੀਂ ਪੌਲਸ ਦੀ ਜ਼ਿੰਦਗੀ ਨੂੰ ਲੈ ਸਕਦੇ ਜੇ। ਪੌਲਸ ਸ਼ੁਰੂਆਤ ਦੇ ਵਿੱਚ ਕਿਵੇਂ ਮਸੀਹ ਲੋਕਾਂ ਨੂੰ ਤੰਗ ਕਰਦਾ ਹੈ, ਪਰ ਅੰਤ ਖੁਦਾ ਦੇ ਵਿੱਚ ਹੋ ਰਿਹਾ ਹੈ। ਇਸ ਲਈ ਸਾਡੀ ਸ਼ੁਰੂਆਤ ਕਿਵੇਂ ਦੀ ਆ ਉਹ ਮਾਇਨੇ ਨਹੀਂ ਦਿਖਾਉਂਦੀ, ਸਾਡਾ ਅੰਤ ਕੀ ਹੈ ਉਹ ਖੁਦਾ ਦੇ ਵਿੱਚ ਸਹੀ ਹੈ। ਅੱਜ ਕਈ ਲੋਕ ਸ਼ੁਰੂਆਤੀ ਜੀਵਨ ਦੇ ਵਿੱਚ ਬੜੀਆਂ ਗੱਲਾਂ ਦੇ ਨਾਲ ਆਉਂਦੇ ਨੇ ਕਿ ਸਾਡੇ ਤੋਂ ਵੱਡਾ ਧਰਮੀ ਹੈ ਹੀ ਕੋਈ ਨਹੀਂ। ਜਦੋਂ ਅਸੀਂ ਉਹਨਾਂ ਦਾ ਅੰਤ ਦੇਖਦੇ ਹਾਂ ਤਾਂ ਉਹਨਾਂ ਤੋਂ ਦੁਸ਼ਟ ਹੁੰਦਾ ਹੀ ਕੋਈ ਨਹੀਂ, ਕਿਉਂਕਿ ਉਹ ਸਾਰੇ ਉਹ ਕੰਮ ਕਰਦੇ ਜਿਹੜੇ ਯਹੋਵਾ ਨੂੰ ਪਸੰਦ ਨਹੀਂ ਨੇ। ਤੇ ਸ਼ੁਰੂਆਤੀ ਵਿੱਚ ਯਿਸੂ ਮਸੀਹ ਤੇਰੇ ਲਹੂ ਦੀ ਜੈ, ਤੇਰਾ ਧੰਨਵਾਦ, ਤੂੰ ਹੀ ਸਾਡਾ ਅੱਬਾ ਹੈ, ਤੂੰ ਹੀ ਸਾਡਾ ਮਾਲਕ ਹੈ। ਪਰ ਜਦੋਂ ਖੁਦਾ ਬਰਕਤ ਦੇਣੀ ਸ਼ੁਰੂ ਕਰ ਦਿੰਦਾ ਹੈ ਤਾਂ ਉਦੋਂ ਖੁਦਾ ਨੂੰ ਭੁੱਲ ਜਾਂਦੇ ਨੇ। ਮੈਂ ਉਹਨਾਂ ਭੈਣ ਭਰਾਵਾਂ ਅੱਗੇ ਬੇਨਤੀ ਕਰਨੀ ਚਾਹੁੰਦਾ ਜੋ ਖੁਦਾ ਦੇ ਵਿੱਚ ਚੱਲ ਰਹੇ ਨੇ, ਆਪਣੀ ਸ਼ੁਰੂਆਤ ਦੇ ਨਾਲ ਆਪਣੇ ਅੰਤ ਨੂੰ ਵੀ ਆਪਣੀ ਅੱਖਾਂ ਸਾਹਮਣੇ ਰੱਖੀਏ ਕਿ ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਖੁਦਾ ਦੇ ਨਾਲ ਏ, ਦੁੱਖ ਆਵੇ, ਮੁਸੀਬਤ ਆਵੇ, ਤੰਗੀ ਆਵੇ, ਅੰਤ ਵੀ ਖੁਦਾ ਵਿੱਚ ਹੀ ਹੋਣਾ ਚਾਹੀਦਾ ਹੈ। ਉਹਦੇ ਵਿੱਚ ਤੁਹਾਡੀ ਬਰਕਤ ਹੈ, ਉਹਦੇ ਵਿੱਚ ਤੁਹਾਡੀ ਆਸ ਪੂਰੀ ਹੋਏਗੀ, ਉਹਦੇ ਵਿੱਚ ਤੁਹਾਨੂੰ ਉੱਪਰ ਇਨਾਮ ਮਿਲੇਗਾ, ਉਹਦੇ ਵਿੱਚ ਤੁਹਾਡਾ ਇਟਰਨਲ ਲਾਈਫ ਹੋਏਗੀ, ਉਹਦੇ ਵਿੱਚ ਤੁਹਾਡਾ ਸੰਦੀਪਕ ਜੀਵਨ ਹੋਏਗਾ ਕਿ ਤੁਹਾਡਾ ਅਖੀਰ ਕੀ ਹੋ ਰਿਹਾ ਹੈ। ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ, ਆਪਣੇ ਜੀਵਨ ਦੇ ਹਰ ਸਮੇਂ ਵਿੱਚ ਯਹੋਵਾ ਨੂੰ ਖੁਸ਼ ਕਰੋ। ਇੱਦਾਂ ਨਾ ਕਰੋ ਕਿ ਕਦੀ ਯਹੋਵਾ ਨਾਲ ਚੱਲ ਗਏ ਤੇ ਕਦੀ ਉਹਨੂੰ ਛੱਡਤਾ, ਫਿਰ ਚੱਲ ਗਏ ਫਿਰ ਛੱਡਤਾ। ਜਿਸ ਵੀ ਹਾਲ ਵਿੱਚ ਹੋਵੋ ਖੁਦਾ ਦੇ ਨਾਲ ਰਹੋ। ਸ਼ੁਰੂਆਤ ਕਿਵੇਂ ਦੀ ਏ ਉਹ ਮਾਇਨੇ ਨਹੀਂ ਰਖਾਉਂਦੀ, ਤੁਹਾਡਾ ਅੰਤ ਖੁਦਾ ਵਿੱਚ ਕੀ ਹੈ ਉਹ ਮਾਇਨੇ ਰਖਾਉਂਦਾ। ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ, ਆਪਣੇ ਜੀਵਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਾਗੂ ਕਰੀਏ। ਖੁਦਾ ਤੁਹਾਨੂੰ ਬਰਕਤ ਦੇਵੇ। ਸਭ ਨੂੰ ਜੈ ਮਸੀਹ ਦੀ।